ਕਾਂਗਰਸ ਦੀ ਹਾਰ ਤੋਂ ਬਾਅਦ ਹਾਈ ਕਮਾਂਡ ਦਾ ਐਕਸ਼ਨ। ਪੰਜਾਬ ਸਮੇਤ 5 ਸੂਬਿਆਂ ਦੇ ਪਾਰਟੀ ਪ੍ਰਧਾਨਾਂ ਤੋਂ ਮੰਗਿਆ ਅਸਤੀਫਾ। ਸਿੱਧੂ ਨੂੰ ਵੀ ਅਸਤੀਫਾ ਦੇਣ ਲਈ ਕਿਹਾ। ਹਾਰ ਤੇ ਮੰਥਨ ਲਈ ਬੁਲਾਈ ਮੀਟਿੰਗ 'ਚ ਚੰਨੀ ਸਿੱਧੂ ਤੇ ਜਾਖੜ ਖਿਲਾਫ ਫੁੱਟਿਆ ਉਮੀਦਵਾਰਾਂ ਦਾ ਗੁੱਸਾ। ਕਿਹਾ ਸੀਨੀਅਰ ਆਗੂਆਂ ਦੀ ਬਿਆਨਬਾਜ਼ੀ ਕਰਕੇ ਹਾਰੇ, ਅੰਦਰੂਨੀ ਖਾਨਾ ਜੰਗੀ ਕਰਕੇ ਨਹੀਂ ਜਿੱਤ ਸਕੇ ਲੋਕਾਂ ਦਾ ਭਰੋਸਾ। ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ਨੂੰ ਲੈ ਕੇ ਕਾਂਗਰਸ 'ਚ ਨਹੀਂ ਬਣ ਰਹੀ ਹੈ ਕਿਰਾਏ। ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਬੋਲੇ ਵੋਟਿੰਗ ਜ਼ਰੀਏ ਹੋਵੇ ਚੋਣ ਤਾਂ ਰਾਜਾ ਵੜਿੰਗ ਨੇ ਕਿਹਾ ਰਾਹੁਲ ਗਾਂਧੀ ਹੀ ਕਰਨ ਨਿਯੁਕਤੀ। ਅਕਾਲੀ ਦਲ ਵੱਲੋਂ ਹਾਰ ਤੇ ਦੂਜੇ ਦਿਨ ਵੀ ਮੰਥਨ। ਜ਼ਿਲ੍ਹਾ ਪ੍ਰਧਾਨਾਂ ਦੀ ਸੁਖਬੀਰ ਬਾਦਲ ਨਾਲ ਹੋਈ ਮੀਟਿੰਗ। ਦਲਜੀਤ ਚੀਮਾ ਬੋਲੇ ਬਲੇਮ ਗੇਮ ਦੀ ਥਾਂ ਕਮੇਟੀ ਬਣਾ ਕੇ ਹਾਰ ਦੇ ਕਾਰਨਾਂ ਦੀ ਕਰਾਂਗੇ ਘੋਖ। बीजेपी ਵੱਲੋਂ ਵੀ ਵਿਧਾਨ ਸਭਾ ਚੋਣਾਂ ਦੀ ਹਾਰ ਤੇ ਕੀਤਾ ਗਿਆ ਮੰਥਨ। ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਹੋਈ ਬੈਠਕ 'ਚ ਹੋਈ ਚਰਚਾ। ਪੰਜਾਬ ਭਰ 'ਚੋਂ ਪਹੁੰਚੇ ਪਾਰਟੀ ਦੇ ਅਹੁਦੇਦਾਰ। ਸਹੁੰ ਚੁੱਕ ਸਮਾਗਮ ਦੇ ਲਈ ਤਿਆਰ ਖਟਕੜ ਕਲਾਂ। ਬੁੱਧਵਾਰ ਭਗਵੰਤ ਮਾਨ ਸੀਐਮ ਦੇ ਤੌਰ ਤੇ ਚੱਕਣਗੇ ਸਹੁੰ। ਕਈ ਵੱਡੀਆਂ ਹਸਤੀਆਂ ਹੋਣਗੀਆਂ ਸ਼ਾਮਲ। ਸਹੁੰ ਚੁੱਕ ਸਮਾਗਮ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਆਈ ਆਮ ਆਦਮੀ ਪਾਰਟੀ। ਭਾਜਪਾ ਬੋਲੀ ਸਰਕਾਰੀ ਮਸ਼ੀਨਰੀ ਤੇ ਪੈਸੇ ਦੀ ਦੁਰਵਰਤੋਂ ਕਰ ਰਹੀ ਆ। ਸੁਖਪਾਲ ਖਹਿਰਾ ਦੀ ਮਾਨ ਨੂੰ ਅਪੀਲ, ਸ਼ਾਨਦਾਰ ਦੀ ਥਾਂ ਸਧਾਰਨ ਕਰੋ ਪ੍ਰੋਗਰਾਮ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਬਸੰਤੀ ਰੰਗ ਦੀਆਂ ਪੱਗਾਂ ਦਾ ਵਧਿਆ ਕਰੇਜ਼। ਮੰਗ ਵਧਣ ਕਰਕੇ ਕਈ ਥਾਵਾਂ ਤੇ ਆਈ ਸਟਾਕ ਦੀ ਕਮੀ। ਮਾਨ ਨੇ ਬਸੰਤੀ ਪੱਗਾਂ ਬੰਨ ਕੇ ਆਉਣ ਦੀ ਕੀਤੀ ਹੈ ਅਪੀਲ। ਪੰਜਾਬ ਵਿਧਾਨ ਸਭਾ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ ਸਪੀਕਰ। ਸਰਬਜੀਤ ਕੌਰ ਮਾਣੂਕੇ ਦਾ ਨਾਮ ਲਗਭਗ ਤੈਅ। ਬਲਜਿੰਦਰ ਕੌਰ ਵੀ ਰੇਸ 'ਚ। ਪਰਸੋਂ ਹੋਣੀ ਹੈ ਸਪੀਕਰ ਦੀ ਚੋਣ। ਸ਼੍ਰੀ ਹਰਿਮੰਦਰ ਸਾਹਿਬ 'ਚ ਸੋਨੇ ਦੇ ਪੱਤਰਿਆਂ ਦੀ ਕਾਰ ਸੇਵਾ ਸ਼ੁਰੂ। ਗੁਰੂ ਨਾਨਕ ਨਿਸ਼ਕਾਮ ਬਰਮਿੰਘਮ ਜਥੇ ਨੂੰ ਦਿੱਤੀ ਗਈ ਸੇਵਾ। ਦਰਬਾਰ ਸਾਹਿਬ ਦੇ ਅੰਦਰ ਬਾਹਰ ਲੱਗੇ ਸੋਨੇ ਦੇ ਪੱਤਰਿਆਂ ਦੀ ਮੁਰੰਮਤ ਤੇ ਨਕਾਸ਼ੀ ਦਾ ਸੌਂਪਿਆ ਜ਼ਿੰਮਾ। ਤਾਂ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਬੇहद ਚਰਚਾ ਦੇ ਵਿੱਚ ਹੈ। ਪਹਿਲਾਂ ਵੀ ਰਹਿੰਦਾ ਔਰ ਇਸ ਵਾਰੀ ਖਾਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਸਮਾਗਮ ਮੁੱਖ ਮੰਤਰੀ ਦੇ ਅਹੁਦੇ ਦਾ ਸਹੁੰ ਚੁੱਕ ਸਮਾਗਮ ਖਟਕੜ ਕਲਾਂ ਦੇ ਵਿੱਚ ਰੱਖਿਆ ਗਿਆ ਹੈ। ਸਾਡੀਆਂ ਟੀਮਾਂ ਪਹਿਲਾਂ ਹੀ ਪਹੁੰਚ ਚੁੱਕੀਆਂ ਨੇ। ਕੱਲ ਪਲ ਪਲ ਦੀ ਅਪਡੇਟ, ਪੂਰੀ ਲਾਈਵ ਕਵਰੇਜ ਅਸੀਂ ਦਰਸ਼ਕਾਂ ਦੇ ਸਾਹਮਣੇ ਨਿਊਜ਼ 18 ਪੰਜਾਬ ਤੇ ਦਿਖਾਵਾਂਗੇ। ਅੱਜ ਸਾਡੇ ਸਹਿਯੋਗੀ ਗੌਰਵ ਸ਼ੁਕਲਾ, ਰੁਪਿੰਦਰ ਬਰਾੜ ਉੱਥੇ ਪਹੁੰਚੇ ਹੋਏ ਨੇ। ਸਿੱਧਾ ਤੁਹਾਨੂੰ ਲੈ ਚੱਲਦੇ ਆ ਖਟਕੜ ਕਲਾਂ। ਓਵਰ ਟੂ ਯੂ ਗੌਰਵ। ਬਿਲਕੁਲ ਵਿਜੇ, ਖਟਕੜ ਕਲਾਂ ਦੀ ਧਰਤੀ ਦੇ ਉੱਤੇ ਜੋ ਸਹੁੰ ਚੁੱਕ ਸਮਾਗਮ ਰੱਖਿਆ ਗਿਆ ਹੈ, ਮੈਂ ਬਾਕੀ ਚੀਜ਼ਾਂ ਦਾ ਜ਼ਿਕਰ ਕਰਾਂ ਪਰ ਸ਼ੁਰੂਆਤ ਮੈਂ ਕਰਦਾ ਕਿ ਜਿਹੜੀਆਂ ਇੱਥੇ ਤਿਆਰੀਆਂ ਨੇ, ਕਿਉਂਕਿ ਕੁਝ ਘੰਟੇ ਬਾਕੀ ਨੇ ਤੇ ਇਸ ਤੋਂ ਬਾਅਦ ਖਟਕੜ ਕਲਾਂ ਦੇ ਵਿੱਚ ਭਗਵੰਤ ਮਾਨ ਪਹੁੰਚਣਗੇ ਔਰ ਮੁੱਖ ਮੰਤਰੀ ਦੇ ਵਜੋਂ ਸਹੁੰ ਚੁੱਕਣਗੇ। 16 ਮਾਰਚ ਦਾ ਦਿਨ, ਬਹੁਤ ਸਾਰੀਆਂ ਚੀਜ਼ਾਂ ਉਸ ਦੇ ਨਾਲ ਵੀ ਜੁੜੀਆਂ ਹੋਈਆਂ। ਇੱਕ ਵਾਰੀ ਪਹਿਲਾਂ ਸਟੇਜ ਮੈਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾ ਦਾਂ। 3 ਸਟੇਜਾਂ ਇੱਥੇ ਬਣਾਈਆਂ ਗਈਆਂ। ਜੇ ਆਪਣੀ ਸਕਰੀਨ ਦੇ ਅਸੀਂ ਖੱਬੇ ਵਾਲੇ ਪਾਸੇ ਦੇਖੀਏ ਤਾਂ ਜਿਹੜੇ ਵਿਧਾਇਕ ਚੁਣੇ ਗਏ ਨੇ 92 ਬਹੁਤ ਗਿਣਤੀ ਦੇ ਵਿੱਚ ਨੇ ਇਸ ਵਾਰ। ਉਹ ਖੱਬੇ ਵਾਲੇ ਪਾਸੇ ਜਿਹੜੀ ਇਸ ਸਮੇਂ ਤਸਵੀਰਾਂ ਦੇਖ ਰਹੇ ਹੋ, ਬਹੁਤ ਸਾਰੀਆਂ ਕੁਰਸੀਆਂ ਤੁਹਾਨੂੰ ਲੱਗੀਆਂ ਨਜ਼ਰ ਆ ਰਹੀਆਂ ਨੇ। ਉੱਥੇ ਜਿਹੜੇ ਵਿਧਾਇਕ ਚੁਣ ਕੇ ਆਏ ਨੇ ਉਹ ਬੈਠਣਗੇ ਕਿਉਂਕਿ 92 ਨੇ, ਇੱਕ ਭਗਵੰਤ ਮਾਨ ਖੁਦ ਨੇ ਉਹਨਾਂ ਦੇ ਵਿੱਚੋਂ। ਸੈਂਟਰ ਵਾਲੀ ਸਟੇਜ ਤੁਸੀਂ ਦੇਖੋ ਜਿਸ ਦੇ ਉੱਤੇ ਹਲਫ ਲਿਆ ਜਾਏਗਾ, ਜਿੱਥੇ ਗਵਰਨਰ ਤੇ ਭਗਵੰਤ ਮਾਨ ਖੜਨਗੇ ਜਦੋਂ ਸਹੁੰ ਚੁੱਕੀ ਜਾਏਗੀ। ਹਾਲਾਂਕਿ ਪ੍ਰੋਗਰਾਮ ਬਹੁਤ ਲੰਬਾ ਚੌੜਾ ਨਹੀਂ ਹੋਣ ਦੀ ਉਮੀਦ। ਤੇ ਤੁਸੀਂ ਬਿਲਕੁਲ ਰਾਈਟ ਵਾਲੇ ਪਾਸੇ ਇੱਕ ਤੀਜੀ ਸਟੇਜ ਬਣਾਈ ਗਈ ਹੈ। ਜਿਹੜੇ VVIP ਗੈਸਟ ਹੋਰ ਆਏ ਹੋਣਗੇ ਜਿਵੇਂ ਅਰਵਿੰਦ ਕੇਜਰੀਵਾਲ ਨੇ ਤੇ ਜਿਹੜੇ ਹੋਰ ਮਹਿਮਾਨ ਹੋਣਗੇ ਉਹ ਇੱਥੇ ਪਹੁੰਚੇ ਹੋਣਗੇ, ਉਹ ਇਸ ਸਟੇਜ ਦੇ ਉੱਤੇ ਬੈਠੇ ਹੋਣਗੇ। ਤਾਂ ਇਹ 3 ਸਟੇਜਾਂ ਮੁੱਖ ਤੌਰ ਦੇ ਉੱਤੇ ਬਣਾਈਆਂ ਗਈਆਂ ਨੇ। ਹੁਣ ਇੱਥੇ ਹੋਰ ਕੀ ਕੁਝ ਖਾਸ ਹੈ? ਖਾਸ ਇਹ ਹੈ ਕਿ ਜੋ ਭਗਵੰਤ ਮਾਨ ਨੇ ਜ਼ਿਕਰ ਕੀਤਾ ਕਿ ਤੁਸੀਂ ਬਸੰਤੀ ਪੱਗਾਂ ਬੰਨ ਕੇ ਜਾਂ ਫਿਰ ਚੁੰਨੀਆਂ ਲੈ ਕੇ ਇੱਥੇ ਪਹੁੰਚੋ, ਤਾਂ ਉਹ ਤੁਹਾਨੂੰ ਨਜ਼ਾਰਾ ਇੱਥੇ ਵੀ ਨਜ਼ਰ ਆਏਗਾ ਕਿ ਜਿਹੜੇ ਇੱਥੇ ਕਲਰਸ ਚੂਜ਼ ਕੀਤੇ ਗਏ ਨੇ, ਜਿਹੜੇ ਕਲਰਸ ਇੱਥੇ ਰੱਖੇ ਗਏ ਨੇ। ਰਾਤ ਦੇ ਹਨੇਰੇ ਦੇ ਵਿੱਚ ਬਹੁਤ ਜ਼ਿਆਦਾ ਸਮਝਣ 'ਚ ਸ਼ਾਇਦ ਸਾਨੂੰ ਆਸਾਨੀ ਨਾ ਹੋਵੇ, ਪਰ ਜੇ ਮੈਂ ਕਲਰ ਦੇਖ ਕੇ ਦੱਸਾਂ ਤੁਹਾਨੂੰ, ਕੰਬੀਨੇਸ਼ਨ ਇਸ ਤਰੀਕੇ ਦਾ ਬਣਾਇਆ ਗਿਆ ਕਿ ਤੁਹਾਨੂੰ ਜ਼ਿਆਦਾ ਇੱਥੇ ਯੈਲੋ ਜਾਂ ਬਸੰਤੀ ਕਲਰ ਨਜ਼ਰ ਆਏਗਾ। ਉਹ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਰੰਗ ਦੇ ਵਿੱਚ ਜੋ ਭਗਵੰਤ ਮਾਨ ਜ਼ਿਕਰ ਕਰ ਰਹੇ ਸੀ ਉਸ ਦੇ ਵਿੱਚ ਰੰਗਿਆ ਜਾ ਸਕੇ। ਹੁਣ ਅਗਲਾ ਪੁਆਇੰਟ, ਰਾਤ ਦਾ ਸਮਾਂ ਹੈ, ਕੁਝ ਘੰਟੇ ਬਾਕੀ ਨੇ ਜਦੋਂ ਸਮਾਗਮ ਦੀ ਸ਼ੁਰੂਆਤ ਹੋਣੀ ਹੈ। ਉਸ ਤੋਂ ਪਹਿਲਾਂ ਹੁਣ ਵੀ ਇੱਥੇ ਜ਼ਰੂਰ ਜਿਹੜੀਆਂ ਤਿਆਰੀਆਂ ਆਪਣੇ ਆਖਰੀ ਗੇੜ ਦੇ ਵਿੱਚ ਹੈਗੀਆਂ ਨੇ। ਹੁਣ ਤੋਂ ਥੋੜੀ ਦੇਰ ਪਹਿਲਾਂ ਇੱਥੇ ਬਹੁਤ ਵੱਡੇ ਜਿਹੜੇ ਅਫਸਰ ਨੇ ਇਸ ਰੇਂਜ ਦੇ, ਇਨਫੈਕਟ ਪੂਰੇ ਪੰਜਾਬ ਤੋਂ ਵੱਡੇ ਅਫਸਰ ਇੱਥੇ ਵਿਜੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ। ਤੇ ਹੁਣ ਗੱਲ ਇਹ ਹੈ ਕਿ ਖਟਕੜ ਕਲਾਂ ਦੀ ਧਰਤੀ ਕਿਉਂ ਆਪਾਂ ਲਗਾਤਾਰ ਸਵੇਰ ਦਾ ਜ਼ਿਕਰ ਕਰ ਰਹੇ ਹਾਂ।
ਦੇਖੋ ਇੱਕ ਜ਼ਿੰਮੇਵਾਰੀ ਭਗਵੰਤ ਮਾਨ ਦੇ ਮੋਢਿਆਂ ਦੇ ਉੱਤੇ ਜਦੋਂ ਇੱਕ ਵੱਡਾ ਮੈਂਡੇਟ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ 92 ਸੀਟਾਂ ਵਾਲਾ, ਉਸ ਦੇ ਨਾਲ ਵੀ ਆਈ ਹੈ, ਤੇ ਇੱਕ ਜ਼ਿੰਮੇਵਾਰੀ ਖਟਕੜ ਕਲਾਂ ਵਾਲੀ ਜੋ ਭਗਵੰਤ ਮਾਨ ਨੇ ਖੁਦ ਆਪਣੇ ਮੋਢਿਆਂ ਦੇ ਉੱਤੇ ਲਈ ਹੈ ਕਿ ਜਦੋਂ ਤੁਸੀਂ ਸ਼ਹੀਦ ਆਜ਼ਮ ਦਾ ਜ਼ਿਕਰ ਕਰਦੇ ਹੋ, ਭਗਵੰਤ ਮਾਨ ਦਾ ਸੀਐਮ ਵਜੋਂ ਜ਼ਿਕਰ ਹੋਏਗਾ ਤਾਂ ਇਹ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਜ਼ਰੂਰ ਮਿਲਣਗੀਆਂ ਕਿ ਭਗਵੰਤ ਮਾਨ ਨੇ ਸ਼ਹੀਦ ਆਜ਼ਮ ਦੀ ਧਰਤੀ ਦੇ ਉੱਤੇ ਜਾ ਕੇ ਹਲਫ ਲਿਆ ਸੀ। ਤਾਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੋਏਗੀ ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਆਪਾਂ ਕਿਵੇਂ ਲੈਂਦੇ ਹਾਂ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੜਾ ਅਦਬ ਦੇ ਨਾਲ ਆਪਣੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੁਨੀਆ ਦੇ ਵਿੱਚ ਨਾਮ ਲਿਆ ਜਾਂਦਾ ਹੈ। ਤਾਂ ਕਿਤੇ ਨਾ ਕਿਤੇ ਉਹ ਜ਼ਿੰਮੇਵਾਰੀ ਭਗਵੰਤ ਮਾਨ ਦੇ ਮੋਢਿਆਂ ਦੇ ਉੱਤੇ ਹੁਣ ਜ਼ਰੂਰ ਹੋਏਗੀ ਕਿ ਜੇ ਤੁਸੀਂ ਉਹ ਧਰਤੀ ਨੂੰ ਚੁਣਿਆ ਹੈ ਤਾਂ ਉਸ ਧਰਤੀ ਨੂੰ ਚੁਣਨ ਦੇ ਪਿੱਛੇ ਜੋ ਤੁਹਾਡਾ ਮਕਸਦ ਸੀ ਕਿ ਇੱਕ ਇਨਕਲਾਬ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬਦਲਾਅ ਦਾ, ਕਿ ਭਗਵੰਤ ਮਾਨ ਜੇ ਮੁੱਖ ਮੰਤਰੀ ਬਣੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਇੱਕ ਬਦਲਾਅ ਦਾ ਜ਼ਿਕਰ ਹੋਏਗਾ। ਜੋ ਇੱਕ ਮੌਕਾ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ ਜ਼ਿਕਰ ਕੀਤਾ ਜਾ ਰਿਹਾ ਸੀ ਉਸ ਦਾ ਜ਼ਿਕਰ ਹੋ ਰਿਹਾ ਸੀ, ਤਾਂ ਉਹ ਵੀ ਇੱਕ ਜ਼ਿੰਮੇਵਾਰੀ ਵਿਜੇ ਲਾਜ਼ਮੀ ਤੌਰ ਤੇ ਹੋਏਗੀ। ਮੈਂ ਇੱਕ ਵਾਰੀ ਜ਼ਰੂਰ, ਕਿਉਂਕਿ ਦਿਨ ਦਾ ਪ੍ਰੋਗਰਾਮ ਹੈ ਇਸ ਕਰਕੇ ਲਾਈਟਾਂ ਦਾ ਬਹੁਤ ਜ਼ਿਆਦਾ ਇੰਤਜ਼ਾਮ ਇੱਥੇ ਨਹੀਂ ਹੈ, ਪਰ ਦੂਰ ਤੱਕ ਤੁਹਾਨੂੰ ਨਜ਼ਰ ਆਏਗਾ ਜੇਕਰ ਅਸੀਂ ਕੈਮਰੇ ਦੀ ਨਜ਼ਰ ਨਾਲ ਦਿਖਾ ਸਕੀਏ ਤਾਂ ਪੂਰਾ ਪੰਡਾਲ ਹੈ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਦਾਅਵਾ ਕੀਤਾ ਜਾ ਰਿਹਾ ਕਿ 4 ਤੋਂ 5 ਲੱਖ ਲੋਕ ਹੋਣਗੇ ਜੋ ਪਹੁੰਚਣਗੇ। ਬਹੁਤ ਸਾਰੇ ਰੂਟਸ ਡਾਇਵਰਟ ਕੀਤੇ ਹੋਏ ਨੇ, ਆਪਾਂ ਸਾਰੀ ਜਾਣਕਾਰੀ ਜ਼ਰੂਰ ਇਸ ਸਮੇਂ ਲੋਕਾਂ ਤੱਕ, ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਤਾਂ ਇਹ ਪੂਰਾ ਪੰਡਾਲ ਦਾ ਵੀ ਮੈਂ ਜ਼ਿਕਰ ਕਰ ਰਿਹਾ, ਪਰ ਵਿਜੇ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਸਿਰਫ ਇੱਥੇ ਭਗਵੰਤ ਮਾਨ ਹੀ ਹਲਫ ਲੈਣਗੇ। ਜੇ ਹੁਣ ਆਪਾਂ ਮੋਟੇ ਤੌਰ ਦੇ ਉੱਤੇ ਦੇਖੀਏ ਤਾਂ ਇਹ ਪੂਰਾ ਸਮਾਗਮ ਹੋ ਸਕਦਾ ਹੈ ਕਿ ਅੱਧੇ ਘੰਟੇ ਦਾ ਹੋਵੇ ਕਿਉਂਕਿ ਇਸ ਹਲਫ ਲੈਣ ਨੂੰ ਹਾਰਡਲੀ 2 ਤੋਂ 3 ਮਿੰਟ ਦਾ ਸਮਾਂ ਲੱਗੇਗਾ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਪੀਚ ਦੇ ਉੱਤੇ ਸਭ ਦੀਆਂ ਨਜ਼ਰਾਂ ਹੋਣਗੀਆਂ ਕਿ ਭਗਵੰਤ ਮਾਨ ਆਪਣੇ ਇਸ ਪਹਿਲੇ ਭਾਸ਼ਣ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੀ ਕਹਿੰਦੇ ਨੇ, ਕੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ। ਕਿਉਂਕਿ ਜਿਵੇਂ ਪਹਿਲੀ ਕੈਬਨਿਟ ਦੇ ਉੱਤੇ ਬਹੁਤ ਨਜ਼ਰਾਂ ਹੁੰਦੀਆਂ ਨੇ, ਜਦੋਂ ਭਗਵੰਤ ਮਾਨ ਪਹਿਲੀ ਕੈਬਨਿਟ ਦੇ ਵਿੱਚ ਬੈਠਣਗੇ, ਹਰਾ ਪੈਨ ਚਲਾਉਣਗੇ ਤਾਂ ਉਸ ਦੇ ਵਿੱਚ ਕੀ ਫੈਸਲੇ ਹੁੰਦੇ ਨੇ। ਜਦੋਂ ਵੀ ਕੋਈ ਸਰਕਾਰ ਬਣਦੀ ਹੈ ਤੁਸੀਂ ਬਖੂਬੀ ਜਾਣਦੇ ਹੋ ਤਾਂ ਸਭ ਤੋਂ ਪਹਿਲਾਂ ਪਹਿਲੀ ਕੈਬਨਿਟ ਦੇ ਉੱਤੇ ਬੜੀਆਂ ਨਜ਼ਰਾਂ ਹੁੰਦੀਆਂ ਕਿ ਪਹਿਲੀ ਕੈਬਨਿਟ ਦੇ ਵਿੱਚ ਕੀ ਫੈਸਲੇ ਲੈਣੇ ਨੇ। ਉਸੇ ਤਰੀਕੇ ਨਾਲ ਜਦੋਂ ਕੋਈ ਸੀਐਮ ਦਾ ਅਹੁਦਾ ਸੰਭਾਲਦਾ, ਖਾਸ ਤੌਰ ਤੇ ਪਹਿਲੀ ਵਾਰ ਸੰਭਾਲ ਰਿਹਾ ਹੋਵੇ, ਖਾਸ ਤੌਰ ਤੇ ਇੱਕ ਬਦਲਾਅ ਦਾ ਜ਼ਿਕਰ ਕਰਕੇ ਸੰਭਾਲ ਰਿਹਾ ਹੋਵੇ, ਖਾਸ ਤੌਰ ਤੇ ਉਸ ਦੌਰ ਦੇ ਵਿੱਚੋਂ ਨਿਕਲ ਕੇ ਆਇਆ ਹੋਵੇ ਜਿੱਥੇ ਬਹੁਤ ਵੱਡੇ ਘਾਗ ਸਿਆਸਤਦਾਨ ਪੰਜਾਬ ਦੀ ਸੱਤਾ ਨੂੰ ਪਿਛਲੇ 25 ਸਾਲਾਂ ਦੇ ਵਿੱਚ ਸੰਭਾਲਦੇ ਰਹੇ ਨੇ, ਤਾਂ ਇਸ ਕਰਕੇ ਜ਼ਿੰਮੇਵਾਰੀ ਭਗਵੰਤ ਮਾਨ ਦੇ ਉੱਪਰ ਬਹੁਤ ਵੱਡੀ ਹੋਏਗੀ। ਔਰ ਦੂਜੇ ਪਾਸੇ ਇਸ 20-25 ਮਿੰਟ ਦੀ ਜਿੰਨੀ ਵੀ ਸਪੀਚ ਹੁੰਦੀ ਹੈ ਭਗਵੰਤ ਮਾਨ ਦੀ, ਕਿੰਨੀ ਦੇਰ ਉਹ ਬੋਲਦੇ ਨੇ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਸ ਸਮੇਂ ਉਹਨਾਂ ਦੀ ਸਪੀਚ ਦੇ ਵਿੱਚ ਨੈਲਸਨ ਮੰਡੇਲਾ ਦਾ ਜ਼ਿਕਰ ਸੀ, ਉਹਨਾਂ ਦੀ ਸਪੀਚ ਦੇ ਵਿੱਚ ਡਾਕਟਰ APJ ਅਬਦੁਲ ਕਲਾਮ ਦਾ ਜ਼ਿਕਰ ਸੀ, ਗੁਰੂਆਂ ਦਾ ਜ਼ਿਕਰ ਸੀ। ਉਹਨਾਂ ਦੀ ਇੱਕ ਠਰਮੇ ਵਾਲੀ ਸਪੀਚ ਤੁਸੀਂ ਕਹਿ ਸਕਦੇ ਹੋ ਕਿਉਂਕਿ ਭਗਵੰਤ ਮਾਨ ਨੂੰ ਅਸੀਂ ਜਾਣਦੇ ਹਾਂ ਬਤੌਰ ਕਾਮੇਡੀਅਨ, ਉਸ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਐਂਟਰੀ ਕਰਦੇ ਨੇ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਵੀ ਭਗਵੰਤ ਮਾਨ ਬੋਲਦੇ ਨੇ ਤਾਂ ਉਹਨਾਂ ਦੇ ਗੱਲਾਂ ਦੇ ਵਿੱਚ ਇੱਕ ਕਟਾਖਸ਼ ਹੁੰਦਾ ਹੈ। ਤਾਂ ਬਤੌਰ ਮੁੱਖ ਮੰਤਰੀ ਹੁਣ ਉਹਨਾਂ ਦੀਆਂ ਗੱਲਾਂ 'ਚ ਕਟਾਖਸ਼ ਹੋਏਗਾ ਜਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਤੱਕ ਇੱਕ ਮੈਸੇਜ, ਇੱਕ ਸਕੂਨ ਭਰਿਆ ਮੈਸੇਜ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਪਣੇ ਵਾਅਦੇ ਪੂਰੇ ਕਰਨਗੇ ਪਰ ਜਦੋਂ ਸਪੀਚ ਦੇਣਗੇ ਤਾਂ ਉਸ ਦੇ ਉੱਤੇ ਨਜ਼ਰਾਂ ਹੋਣਗੀਆਂ ਕਿ ਕੀ ਆਖਿਰ ਭਗਵੰਤ ਮਾਨ ਕਹਿੰਦੇ ਨੇ, ਕਿਹੜੀਆਂ 2-4 ਅਹਿਮ ਗੱਲਾਂ ਨੇ ਜਾਂ ਕਿਹੜੇ 5 ਅਹਿਮ ਬਿੰਦੂ ਨੇ ਜਿਨ੍ਹਾਂ ਦਾ ਉਹ ਜ਼ਿਕਰ ਕਰਦੇ ਨੇ, ਜਿਨ੍ਹਾਂ ਦਾ ਜ਼ਿਕਰ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਉਮੀਦਾਂ ਪਿਛਲੇ ਦਿਨਾਂ ਦੇ ਵਿੱਚ ਵੱਜੀਆਂ ਨੇ ਕਿ ਆਮ ਆਦਮੀ ਪਾਰਟੀ ਬਦਲਾਅ ਦਾ ਜ਼ਿਕਰ ਕਰ ਰਹੀ ਸੀ ਤਾਂ ਹੁਣ ਬਦਲਾਅ ਹੋਏਗਾ, ਤਾਂ ਉਹ ਭਗਵੰਤ ਮਾਨ ਦੀ ਸਪੀਚ, ਭਗਵੰਤ ਮਾਨ ਦਾ ਉਹ ਪਹਿਲਾ ਭਾਸ਼ਣ ਬਤੌਰ ਮੁੱਖ ਮੰਤਰੀ ਬਹੁਤ ਕੁਝ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਉਹ ਕਰਨਗੇ ਔਰ ਬਹੁਤ ਕੁਝ ਹੋ ਸਕਦਾ ਹੈ ਕਿ ਉਸ ਭਾਸ਼ਣ ਦੇ ਜ਼ਰੀਏ ਚੀਜ਼ਾਂ ਸਾਫ਼ ਵੀ ਹੋ ਸਕਣ। ਬਿਲਕੁਲ ਵਿਜੇ, ਬਿਲਕੁਲ ਗੌਰਵ, ਤੁਸੀਂ ਕਿਉਂਕਿ ਉਸ ਧਰਤੀ ਤੇ ਖੜੇ ਹੋ ਜਿਸ ਵੇਲੇ ਮੈਂ ਖੁਦ ਰਿਪੋਰਟਿੰਗ ਦੇ ਵਿੱਚ ਸੀ, ਮੈਨੂੰ ਯਾਦ ਹੈ 26 ਮਾਰਚ 2011 ਦਾ ਦਿਨ, 26 ਮਾਰਚ 2011 ਦਾ ਦਿਨ ਸੀ ਜਿਸ ਦਿਨ ਮਨਪ੍ਰੀਤ ਸਿੰਘ ਬਾਦਲ ਨੇ PPP ਪਾਰਟੀ ਫਾਰਮ ਕੀਤੀ ਸੀ, ਪੀਪਲਜ਼ ਪਾਰਟੀ ਆਫ ਪੰਜਾਬ। ਔਰ ਜਿਸ ਜਗ੍ਹਾ ਤੇ ਤੁਸੀਂ ਖੜੇ ਹੋ ਇਸੇ ਜਗ੍ਹਾ ਤੇ ਹੀ ਇੱਕ ਵੱਡਾ ਇਕੱਠ, ਲੱਖਾਂ ਦਾ ਇਕੱਠ ਕੀਤਾ ਗਿਆ ਸੀ ਔਰ ਭਗਵੰਤ ਮਾਨ ਨੇ ਪਹਿਲੀ ਸਪੀਚ ਜਿਹੜੀ ਸੀ ਆਪਣੀ ਸਿਆਸੀ ਸਪੀਚ ਜਿਹਨੂੰ ਕਵਾਂਗੇ ਉਹ ਇਸੇ ਧਰਤੀ ਤੇ ਖੜੇ ਹੋ ਕੇ ਕੀਤੀ ਸੀ। ਸੋ ਲਾਜ਼ਮੀ ਗੱਲ ਹੈ ਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਉਹ ਕਮੇਡੀਅਨ ਤੋਂ ਬਾਅਦ ਉਹ ਸਫ਼ਰ ਜਦੋਂ ਉਹ ਸਪੀਚ ਕੀਤੀ ਤੇ ਹੁਣ ਜਾ ਕੇ ਅੱਜ ਜਦੋਂ ਸਪੀਚ ਕਰਨੀ ਹੈ, ਕਿਉਂਕਿ ਉਸ ਵੇਲੇ ਫਰਕ ਇਹ ਸੀ ਗੌਰਵ ਵੀ ਉਸ ਵੇਲੇ ਉਦੋਂ ਜ਼ਿੰਮੇਵਾਰੀ ਨਹੀਂ ਸੀ, ਉਦੋਂ ਸਿਰਫ ਅੱਗੇ ਵਧਣ ਦੇ ਲਈ ਜਾਂ ਪੰਜਾਬ ਦੀ ਸਿਆਸਤ ਨੂੰ ਬਦਲਣ ਦੇ ਲਈ ਇੱਕ ਕੋਸ਼ਿਸ਼ ਸੀ, ਪਰ ਅੱਜ ਉਹ ਚੀਜ਼ ਬਦਲ ਚੁੱਕੀ ਹੈ ਤੇ ਹੁਣ ਜਦੋਂ ਜ਼ਿੰਮੇਵਾਰੀ ਪੈ ਜਾਂਦੀ ਹੈ ਉਦੋਂ ਜ਼ਾਹਿਰ ਜੀ ਗੱਲ ਹੈ ਕਿ ਉਦੋਂ ਫਿਰ ਤੁਹਾਡੀ ਸਪੀਚ ਵੀ ਬਦਲ ਜਾਂਦੀ ਹੈ, ਉਦੋਂ ਤੁਹਾਡੀਆਂ ਲਾਈਨਾਂ ਵੀ ਬਦਲ ਜਾਂਦੀਆਂ ਨੇ, ਉਦੋਂ ਤੁਹਾਡੇ ਸ਼ਬਦ ਵੀ ਬਦਲ ਜਾਂਦੇ ਨੇ। ਕਿਉਂਕਿ ਪਹਿਲਾਂ ਜਦੋਂ ਤੁਸੀਂ ਸਿਆਸਤ 'ਚ ਨਹੀਂ ਹੁੰਦੇ ਉਦੋਂ ਤਾਂ ਤੁਸੀਂ ਵਿਰੋਧੀ ਪਾਰਟੀਆਂ ਦਾ ਜ਼ਿਕਰ ਕਰਕੇ ਜਾਂ ਲੋਕਾਂ ਨੂੰ ਇਸ ਤਰੀਕੇ ਨਾਲ ਗੱਲਾਂ ਬਾਤਾਂ ਕਰਕੇ ਕਿ ਜੀ ਇਹਨਾਂ ਨੇ ਇੰਨੇ ਸਾਲ ਖਰਾਬ ਕੀਤੇ, ਇੰਨੇ ਸਾਲ ਲੋਕਾਂ ਨੂੰ ਧੋਖੇ ਦਿੱਤੇ ਜਾਂ ਲੋਕਾਂ ਦੀ ਗੱਲ ਨਹੀਂ ਸੁਣੀ ਜਾਂ ਉਹਨਾਂ ਦੇ
ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹਦੇ ਹੱਲ ਨਹੀਂ ਕੀਤੇ। ਪਰ ਅੱਜ ਜਿਹੜੀ ਸਥਿਤੀ ਹੈ ਉਹ ਵੱਖਰੀ ਹੈ। ਅੱਜ ਦੀ ਜਿਹੜੀ ਸਪੀਚ ਹੈ ਇਸ ਕਰਕੇ ਉਹਦੇ ਤੇ ਖਾਸ ਫੋਕਸ ਜ਼ਰੂਰ ਰਹੇਗਾ। ਬਿਲਕੁਲ ਲਾਜ਼ਮੀ ਤੌਰ ਤੇ ਰਹੇਗਾ। ਮੈਂ ਤੁਹਾਡੀ ਪੂਰੀ ਗੱਲ ਨੂੰ ਹੋਰ ਛੋਟਾ ਸ਼ਬਦਾਂ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕਰਾਂ ਤਾਂ 2011 ਵਾਲਾ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਭਗਵੰਤ ਮਾਨ ਪੀਪਲਸ ਪਾਰਟੀ ਆਫ ਪੰਜਾਬ ਜਦੋਂ ਨਹੀਂ ਰੱਖੀ ਜਾਂਦੀ ਹੈ, ਇੱਥੇ ਪਹੁੰਚਦੇ ਨੇ, ਸਪੀਚ ਦਿੰਦੇ ਨੇ, ਉਸ ਸਮੇਂ ਸੁਪਨਾ ਦਿਖਾਉਣ ਦਾ ਜ਼ਿਕਰ ਸੀ। ਹੁਣ ਸੁਪਨਾ ਪੂਰਾ ਕਰਨ ਦੀ ਚੁਣੌਤੀ ਹੈ ਭਗਵੰਤ ਮਾਨ ਦੇ ਸਾਹਮਣੇ। ਔਰ ਭਗਵੰਤ ਮਾਨ ਕਿਉਂਕਿ ਉਸ ਸਮੇਂ ਸਿਆਸਤ ਦੇ ਵਿੱਚ ਐਂਟਰੀ ਕਰ ਰਹੇ ਸੀ, ਜੇ ਪੀਪੀਪੀ ਜਿੱਤਦੀ ਵੀ ਤਾਂ ਇੱਕ ਵਿਧਾਇਕ ਬਣਦੇ ਜਾਂ ਮੰਤਰੀ ਬਣਦੇ, ਕਿਉਂਕਿ ਪੀਪੀਪੀ ਦੇ ਕੋਲ ਕੋਈ ਸੀਟ ਨਹੀਂ ਆਈ, ਆਪਾਂ ਸਾਰੇ ਜਾਣਦੇ ਹਾਂ। ਤੇ ਹੁਣ ਸਭ ਤੋਂ ਵੱਡੀ ਕੁਰਸੀ ਦੇ ਉੱਤੇ ਭਗਵੰਤ ਮਾਨ ਨੇ ਬੈਠਣਾ ਹੈ, ਪੰਜਾਬ ਦੇ ਮੁੱਖ ਮੰਤਰੀ ਦੀ। ਕਿਉਂਕਿ ਮੈਂ ਪਹਿਲਾਂ ਜੋ ਜ਼ਿਕਰ ਕੀਤਾ ਸੀ ਕਿ ਵਾਕਈ ਕਟਾਕਸ਼ ਭਰਿਆ ਕੋਈ ਹੋਏਗੀ ਚੀਜ਼ਾਂ, ਉਮੀਦ ਘੱਟ ਹੈ। ਕਿਉਂਕਿ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਵੀ ਐਲਾਨਿਆ ਗਿਆ ਤਾਂ ਉਸ ਸਮੇਂ ਵੀ ਬੜੀ ਇੱਕ ਵੱਖਰੇ ਤਰੀਕੇ ਦਾ ਭਗਵੰਤ ਮਾਨ ਉਸ ਸਮੇਂ ਵੀ ਵੇਖਣ ਨੂੰ ਮਿਲਿਆ ਸੀ। ਹੁਣ ਮੈਂ ਜ਼ਿਕਰ ਇੱਕ ਹੋਰ ਕਰਦਾ, ਜੋ ਤੁਸੀਂ ਪੀਪਲਸ ਪਾਰਟੀ ਆਫ ਪੰਜਾਬ ਦਾ ਕਰ ਰਹੇ ਹੋ। ਜਦੋਂ ਇੱਥੇ ਆਇਆ, ਮੈਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇੱਥੇ ਪਿੰਡ ਦੇ ਲੋਕਾਂ ਨੂੰ ਉਹ ਵੀ ਯਾਦ ਹੈ। ਵਿਜੇ, ਬਹੁਤ ਇੰਟਰਸਟਿੰਗ ਗੱਲ ਹੈ ਜੋ ਤੁਸੀਂ ਬਤੌਰ ਪੱਤਰਕਾਰ ਯਾਦ ਰੱਖ ਰਹੇ ਹੋ। ਇੱਥੋਂ ਦੇ ਲੋਕ ਉਸ ਦਿਨ ਨੂੰ ਵੀ ਨਹੀਂ ਭੁੱਲੇ। ਇੱਥੋਂ ਦੇ ਪਿੰਡ ਦੇ ਲੋਕਾਂ ਨੇ ਜ਼ਿਕਰ ਕੀਤਾ ਕਿ ਮਨਪ੍ਰੀਤ ਬਾਦਲ ਇੱਥੇ ਆਏ ਸੀ, ਇੱਥੇ ਦੀ ਮਿੱਟੀ ਚੁੱਕ ਕੇ ਆਪਣੇ ਮੱਥੇ ਨੂੰ ਲਾਈ ਸੀ ਤੇ ਜ਼ਿਕਰ ਹੋਇਆ ਸੀ ਕਿ ਅਸੀਂ ਭਗਤ ਸਿੰਘ ਦੀ ਸੋਚ ਦੇ ਉੱਤੇ ਚੱਲਾਂਗੇ। ਤਾਂ ਉਸ ਦੇ ਉੱਤੇ ਲੋਕਾਂ ਨੇ ਕੁਐਸਚਨ ਮਾਰਕ ਜ਼ਰੂਰ ਖੜਾ ਕੀਤਾ ਹੈ। ਖੈਰ, ਮੈਂ ਵਾਰ-ਵਾਰ ਇਹੀ ਕਹਿ ਰਿਹਾ ਕਿ ਉਸ ਦੌਰ ਔਰ ਇਸ ਦੌਰ ਦੇ ਵਿੱਚ ਫਰਕ ਇਹੀ ਹੈ ਕਿ ਉਸ ਸਮੇਂ ਭਗਵੰਤ ਮਾਨ ਜਾਂ ਮਨਪ੍ਰੀਤ ਬਾਦਲ ਇੱਕ ਪਾਰਟੀ ਨੂੰ ਫਾਰਮ ਕਰ ਰਹੇ ਸੀ, ਲੋਕਾਂ ਤੱਕ ਗੱਲ ਪਹੁੰਚਾਉਣ ਦਾ ਜ਼ਿਕਰ ਸੀ। ਹੁਣ ਗੱਲ ਪਹੁੰਚ ਚੁੱਕੀ ਹੈ। ਹੁਣ ਲੋਕਾਂ ਦੀ ਗੱਲ ਭਗਵੰਤ ਮਾਨ ਤੱਕ ਪਹੁੰਚਣੀ ਹੈ ਕਿ ਜੋ ਤੁਸੀਂ ਕਿਹਾ ਸੀ ਹੁਣ ਉਸ ਨੂੰ ਪੂਰਾ ਕਰਕੇ ਦਿਖਾਓ। ਯਾਨੀ ਸੁਪਨਾ ਦਿਖਾਉਣ ਤੋਂ ਲੈ ਕੇ ਸੁਪਨਾ ਪੂਰਾ ਕਰਨ ਤੱਕ ਦੀ ਹੁਣ ਚੁਣੌਤੀ ਭਗਵੰਤ ਮਾਨ ਦੇ ਸਾਹਮਣੇ ਲਾਜ਼ਮੀ ਤੌਰ ਤੇ ਹੋਏਗੀ। ਅੱਛਾ ਗੌਰਵ, ਚੁਣੌਤੀਆਂ ਦਾ ਆਪਾਂ ਜਿਸ ਤਰੀਕੇ ਨਾਲ ਜ਼ਿਕਰ ਕਰਨੇ ਆ, ਖੈਰ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਕਿ ਜਿਹੜੇ ਲੋਕਾਂ ਨਾਲ ਪ੍ਰੋਮਿਸਿਸ ਕੀਤੇ ਆ ਉਹਨਾਂ ਨੂੰ ਤਾਂ ਫਿਲ ਕਰਨ ਦੀ ਚੁਣੌਤੀ ਇੱਕ ਪਾਰਟੀ ਦੇ ਸਾਹਮਣੇ ਹੁੰਦੀ ਹੀ ਹੈ, ਖਾਸ ਕਰਕੇ ਜਦੋਂ ਐਡਾ ਵੱਡਾ ਮੈਂਡੇਟ ਮਿਲਿਆ ਹੋਵੇ। ਪਰ ਇਸ ਦੇ ਨਾਲ ਜਿਹੜਾ ਵਿਰੋਧੀਆਂ ਦੇ ਨਿਸ਼ਾਨੇ ਹੁੰਦੇ ਆ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਟੈਕਲ ਕਰਨਾ ਹੈ। ਮੈਂ ਗੱਲ ਇਸ ਲਈ ਕਰ ਰਿਹਾ ਕਿ ਜਿਸ ਜਗ੍ਹਾ ਤੇ ਤੁਸੀਂ ਖੜੇ ਹੋ, ਜਿਸ ਤਰੀਕੇ ਦਾ ਸਮਾਗਮ ਜਿਹੜਾ ਹੈ ਉਲੀਕਿਆ ਜਾ ਰਿਹਾ, ਉਸ ਨੂੰ ਲੈ ਕੇ ਪਹਿਲਾਂ ਹੀ ਨਿਸ਼ਾਨੇ ਲਾਉਣੇ ਸ਼ੁਰੂ ਹੋ ਗਏ ਹੈ। ਪਹਿਲਾਂ ਇਹ ਲੱਗਦਾ ਨਹੀਂ ਸੀ ਕਿ ਐਡੀ ਛੇਤੀ ਇਸ ਤਰੀਕੇ ਨਾਲ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਰਿਐਕਟ ਕਰਨਾ ਸ਼ੁਰੂ ਕਰ ਦੇਣਗੀਆਂ। ਪਰ ਜਦੋਂ ਕਿਸੇ ਨੂੰ ਮੌਕਾ ਮਿਲਦਾ ਤਾਂ ਕੌਣ ਛੱਡਦਾ ਸਿਆਸਤ ਦੇ ਵਿੱਚ, ਆਪਾਂ ਵੀ ਜਾਣਦੇ ਹਾਂ। ਸੋ ਇਸ ਸਮਾਗਮ ਦੀ ਜਾਂ ਇਸ ਦੀ ਤਿਆਰੀ ਨੂੰ ਲੈ ਕੇ ਚਾਹੇ ਜਿੰਨੀ ਵੀ ਜਗ੍ਹਾ ਹੈ ਉਹ ਸਾਫ਼ ਕੀਤੀ ਗਈ ਹੋਵੇ, ਫਸਲ ਕੱਟੀ ਗਈ ਹੋਵੇ, ਜਿੰਨਾ ਪੈਸਾ ਖਰਚ ਆ ਰਿਹਾ ਹੋਵੇ, ਉਸ ਨੂੰ ਲੈ ਕੇ ਚੁਣੌਤੀ ਸ਼ੁਰੂ ਹੋ ਚੁੱਕੀ ਹੈ। ਬਿਲਕੁਲ ਲਾਜ਼ਮੀ ਤੌਰ ਤੇ ਦੇਖੋ, ਇੱਕ ਚੀਜ਼ ਤਾਂ ਬੜੀ ਕਲੀਅਰ ਹੈ ਕਿ ਜਦੋਂ ਤੁਸੀਂ ਕੋਈ ਫੰਕਸ਼ਨ ਕਰਨਾ, ਕੋਈ ਵੱਡਾ ਸਮਾਗਮ ਕਰਨਾ, ਪੈਸਾ ਤਾਂ ਲੱਗੇਗਾ। ਔਰ ਜਿੰਨਾ ਵੱਡਾ ਪੰਡਾਲ ਇੱਥੇ ਬਣਿਆ ਹੋਇਆ ਹੈ, ਪਾਰਕਿੰਗ ਦੇ ਲਈ ਸਪੇਸ ਬਣੀ ਹੋਈ ਹੈ ਔਰ ਦੂਜੇ ਪਾਸੇ ਹੋਰ ਇੰਤਜ਼ਾਮ ਇੱਥੇ ਨਜ਼ਰ ਆ ਰਹੇ ਨੇ, ਸਟੇਜਾਂ ਦੇ ਇੰਤਜ਼ਾਮ ਨਜ਼ਰ ਆ ਰਹੇ ਨੇ, ਪੈਸਾ ਤਾਂ ਲੱਗਿਆ, ਇਸ ਦੇ ਵਿੱਚ ਤਾਂ ਕੋਈ ਡਾਊਟ ਨਹੀਂ ਹੈ। ਪਰ ਦੇਖੋ, ਇੱਕ ਹੋਰ ਬਹੁਤ ਕਲੀਅਰ ਚੀਜ਼ ਹੈ ਕਿ ਵਾਕਈ ਹੀ ਇਹ ਪੰਜਾਬ ਦੀ ਰਵਾਇਤ ਰਹੀ ਹੈ ਕਿ ਇੱਥੇ ਸਧਾਰਨ ਹੁੰਦੇ ਨੇ, ਸਹੁੰ ਚੁੱਕ ਸਮਾਗਮ ਨਹੀਂ ਹੁੰਦੇ। ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਜਿਹੜੇ ਵੱਡੇ ਸਮਾਗਮ ਹੁੰਦੇ ਰਹੇ ਨੇ। ਪਰ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਆ ਤਾਂ ਬਹੁਤ ਚੰਗੀ ਤਰ੍ਹਾਂ ਆਪਾਂ ਸਾਰਿਆਂ ਨੂੰ ਯਾਦ ਹੈ ਕਿ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਦੇ ਸਿਰ ਤਾਂ ਇੰਨਾ ਕਰਜ਼ਾ ਹੈ, ਪੰਜਾਬ ਜਿਸ ਤਰੀਕੇ ਨਾਲ ਕਰਜ਼ੇ ਦੀ ਪੰਡ ਚੁੱਕੀ ਇਸ ਸਮੇਂ ਫਿਰਦਾ ਹੈ, ਨਹੀਂ ਬਣਦਾ ਕੋਈ ਵੱਡਾ ਸਮਾਗਮ, ਇਸ ਕਰਕੇ ਛੋਟਾ ਕੀਤਾ ਗਿਆ। ਕਿ ਪੰਜਾਬ ਇਸ ਸਮੇਂ ਉਸ ਦੌਰ ਦੇ ਵਿੱਚੋਂ ਨਿਕਲ ਆਇਆ, ਇਹ ਵੱਡਾ ਸਵਾਲ ਹੈ, ਨਹੀਂ ਨਿਕਲਿਆ ਨਾ। ਤੇ ਭਗਵੰਤ ਮਾਨ ਵੀ ਉਸ ਦਾ ਹੀ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ। ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਦੋਂ ਆਮ ਆਦਮੀ ਪਾਰਟੀ ਕੁਝ ਕਰੇਗੀ ਤਾਂ ਅਕਾਲੀ ਦਲ ਤੇ ਕਾਂਗਰਸ ਦੇ ਨਿਸ਼ਾਨੇ ਜ਼ਿਆਦਾ ਤਿੱਖੇ ਹੋਣਗੇ। ਕਿਉਂਕਿ ਆਮ ਆਦਮੀ ਪਾਰਟੀ ਨੇ ਕਿਹੜਾ ਜ਼ਿਕਰ ਕੀਤਾ, ਤੁਸੀਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆ ਜਾਓ, ਵੀਆਈਪੀ ਕਲਚਰ ਦਾ ਜ਼ਿਕਰ ਹੁੰਦਾ ਹੈ। ਔਰ ਵੀਆਈਪੀ ਕਲਚਰ ਜੇ ਇੱਕ ਵੀ ਜ਼ਿਆਦਾ ਗੱਡੀ ਨਜ਼ਰ ਆ ਜਾਵੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕਾਫਲੇ ਦੇ ਵਿੱਚ ਤਾਂ ਫਿਰ ਵਿਰੋਧੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰ ਇਹ ਆਉਣ ਵਾਲੇ ਦਿਨਾਂ 'ਚ ਹੋਏਗਾ। ਇਹ ਪਹਿਲੇ ਸਮਾਗਮ ਦੇ ਉੱਤੇ ਬਹੁਤ ਸਾਰੇ ਸਵਾਲ ਨੇ, ਆਪਾਂ ਟਵੀਟ ਤੋਂ ਲੈ ਕੇ ਬਹੁਤ ਸਾਰੇ ਬਿਆਨਾਂ ਦਾ ਜ਼ਿਕਰ ਕਰ ਰਹੇ ਹਾਂ, ਪਰ ਇਹ ਸ਼ੁਰੂਆਤ ਹੈ। ਇਹ ਆਮ ਆਦਮੀ ਪਾਰਟੀ ਨੂੰ ਸਮਝਣਾ ਹੋਏਗਾ ਕਿ ਜੇਕਰ ਤੁਸੀਂ ਸੱਤਾ ਦੇ ਵਿੱਚ ਆਏ ਹੋ ਔਰ ਖਾਸ ਤੌਰ ਤੇ ਬਦਲਾਅ ਦਾ ਜ਼ਿਕਰ ਕਰਦੇ ਨਜ਼ਰ ਆਏ ਹੋ, ਇਹ ਸਿਰਫ ਪੋਲੀਟੀਕਲ ਪਾਰਟੀਆਂ ਤੱਕ ਸੀਮਿਤ ਨਹੀਂ। ਤੁਸੀਂ ਸੋਸ਼ਲ ਮੀਡੀਆ ਅਕਾਊਂਟ ਅੱਜ ਚੁੱਕੇ ਦੇਖੋ, ਲੋਕੀ ਸਵਾਲ ਕਰ ਰਹੇ ਨੇ ਕਿ ਇਹਨਾਂ ਤੁਸੀਂ ਪੈਸਾ ਕਿਉਂ ਖਰਚ ਕੀਤਾ। ਖੈਰ, ਸਮਾਗਮ ਜਦੋਂ ਹੁੰਦੇ ਨੇ, ਕਿਉਂਕਿ ਮੁੱਖ ਮੰਤਰੀ ਪੰਜਾਬ ਦਾ ਜਿਸ ਸਟੇਟ ਦਾ ਕਰੀਬ 1 ਕਰੋੜ 70 ਲੱਖ ਕਰੋੜ 1.70 ਲੱਖ ਕਰੋੜ ਬਜਟ ਜਿਸ ਸਟੇਟ ਦਾ, ਉੱਥੇ ਇੱਕ ਮੁੱਖ ਮੰਤਰੀ ਨੇ ਸਹੁੰ ਚੁੱਕਣੀ ਹੋਵੇ ਤੇ ਕੋਈ ਸਮਾਗਮ ਹੋ ਰਿਹਾ ਹੋਵੇ ਤਾਂ ਪੈਸੇ ਲੱਗਣਗੇ। ਬਹੁਤ ਜ਼ਿਆਦਾ ਉਸ ਦੇ ਉੱਤੇ ਇਤਰਾਜ਼ ਬੇਸ਼ੱਕ ਹੋ ਰਿਹਾ ਹੋਵੇ, ਪਰ ਲੋਕ ਇਹ ਵੀ ਕਹਿ ਰਹੇ ਨੇ ਕਿ ਜਦੋਂ ਪਹਿਲਾਂ ਵੀ ਸਮਾਗਮ ਹੋਏ ਨੇ ਤਾਂ ਫਿਰ ਹੁਣ ਕਿਉਂ ਨਹੀਂ। ਪਰ ਇੱਕ ਚੀਜ਼ ਬਹੁਤ ਵਿਜੇ ਜਿਹੜੀ ਦੇਖਣ ਨੂੰ ਔਰ ਸੁਣਨ ਨੂੰ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵੀ ਸਟੈਪ ਹੋਏਗਾ ਉਹਨਾਂ ਨੂੰ ਉਸਦੇ
ਲਈ ਤਿਆਰੀ ਕਰ ਰਹੀ ਹੋਏਗੀ ਕਿ ਜੇ ਅਸੀਂ ਇਹ ਸਟੈਪ ਚੁੱਕ ਰਹੇ ਹਾਂ ਤਾਂ ਫਿਰ ਜਿਹੜੇ ਵਿਰੋਧੀਆਂ ਦੇ ਸਾਡੇ ਉੱਤੇ ਹਮਲੇ ਹੋਣਗੇ ਉਸ ਦਾ ਅਸੀਂ ਜਵਾਬ ਕਿਵੇਂ ਦੇਣਾ ਹੈ। ਜੇ ਤੁਸੀਂ 40 ਏਕੜ ਫਸਲ ਕਣਕ ਵਾਹ ਦਿੱਤੀ, 46000 ਰੁਪਏ ਮੁਆਵਜ਼ਾ ਦਿੱਤਾ ਹੈ ਤਾਂ ਲੋਕਾਂ ਨੇ ਪੁੱਛਣਾ ਹੈ ਕਿ ਤੁਸੀਂ ਤਾਂ ਬਦਲਾਅ ਦੀ ਗੱਲ ਕਰਦੇ ਸੀ। ਜੇ ਤੁਸੀਂ 2.5 ਕਰੋੜ ਰੁਪਏ ਦਾ ਜ਼ਿਕਰ ਕਰ ਰਹੇ ਹੋ ਕਿ ਸਮਾਗਮ ਦੇ ਉੱਤੇ ਲਗਾ ਦਿੱਤੇ ਤਾਂ ਲੋਕਾਂ ਨੇ ਪੁੱਛਣਾ ਹੈ ਕਿ ਤੁਸੀਂ ਤਾਂ ਬਦਲਾਅ ਦਾ ਜ਼ਿਕਰ ਕਰ ਰਹੇ ਸੀ ਔਰ ਪੰਜਾਬ ਨੂੰ ਤੁਸੀਂ ਉਸ ਦੌਰ ਦੇ ਵਿੱਚੋਂ ਕੱਢ ਕੇ ਨਹੀਂ ਲੈ ਕੇ ਆਏ ਜਿਸ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਹਾਂ ਪੰਜਾਬ ਨੂੰ ਅਸੀਂ ਉੱਥੋਂ ਕੱਢ ਕੇ ਲਿਆਵਾਂਗੇ। ਖੈਰ ਚੈਲੰਜਸ ਨੇ, ਇਹ ਵੀ ਇੱਕ ਚੈਲੰਜ ਹੈ ਕਿ ਜਿਹੜੇ ਤੁਸੀਂ ਕਦਮ ਚੁੱਕ ਰਹੇ ਹੋ ਉਹਨਾਂ ਦੇ ਲਈ ਤੁਹਾਡੇ ਕੋਲ ਸਟ੍ਰੈਟਜੀ ਕੀ ਹੈ, ਉਹਨਾਂ ਦੇ ਲਈ ਤੁਸੀਂ ਡਿਫੈਂਸਿੰਗ ਮੋਡ ਦੇ ਵਿੱਚ ਕਿਵੇਂ ਆਓਗੇ, ਡਿਫੈਂਡ ਉਹਨਾਂ ਨੂੰ ਕਿਵੇਂ ਕਰੋਗੇ, ਤਾਂ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਹੈ। ਖੈਰ ਦੇਖਣਾ ਹੋਏਗਾ ਕਿ ਭਗਵੰਤ ਮਾਨ ਜਦੋਂ ਬਤੌਰ ਸੀਐਮ ਸਾਹਮਣੇ ਆਉਂਦੇ ਨੇ ਅਗਲੇ 10 ਦਿਨ ਚ, 15 ਦਿਨ ਚ, ਮਹੀਨੇ ਚ, 2-6 ਮਹੀਨੇ, ਸਾਲ, ਤਾਂ ਉਹ ਕਿਸ ਤਰੀਕੇ ਨਾਲ ਕੰਮ ਕਰਦੇ ਨੇ, ਰਿਐਕਟ ਕਰਦੇ ਨੇ। ਜੋ ਗੱਲਾਂ ਮੈਨੂੰ ਇੱਕ ਸਟੇਜ ਯਾਦ ਹੈ, ਮੈਂ ਕਨਕਲੂਡ ਕਰਾਂਗਾ ਆਪਣੀ ਗੱਲ ਨੂੰ। ਇੱਕ ਸਟੇਜ ਦੇ ਉੱਤੇ ਭਗਵੰਤ ਮਾਨ ਨੂੰ ਕਿਹਾ ਗਿਆ ਕਿ ਤੁਸੀਂ, ਕਿਉਂਕਿ ਚਰਨਜੀਤ ਸਿੰਘ ਚੰਨੀ ਬਹੁਤ ਸਟੇਜਾਂ ਦੇ ਉੱਤੇ ਭੰਗੜਾ ਪਾਉਂਦੇ ਨਜ਼ਰ ਆਏ, ਭਗਵੰਤ ਮਾਨ ਨੂੰ ਕਿਹਾ ਕਿ ਅੱਡੀ ਨਹੀਂ ਰਹਿੰਦੀ ਪੰਜਾਬੀਆਂ ਦੀ ਜਦੋਂ ਢੋਲ ਦੀ ਥਾਪ ਸੁਣਦੇ ਆ, ਤਾਂ ਭਗਵੰਤ ਮਾਨ ਕਹਿੰਦੇ ਕਿ ਪੰਜਾਬ ਉਸ ਦੌਰ ਦੇ ਵਿੱਚ ਹੈ ਜਿੱਥੇ ਕਿਸੇ ਦਾ ਨੱਚਣ ਨੂੰ ਦਿਲ ਨਹੀਂ ਕਰਦਾ, ਖੁਸ਼ ਹੋਣ ਦਾ ਦਿਲ ਨਹੀਂ ਕਰਦਾ, ਤੇ ਜਦੋਂ ਸਾਰੇ ਪੰਜਾਬੀ ਖੁਸ਼ ਹੋਣਗੇ ਮੈਂ ਉਸ ਸਮੇਂ ਭੰਗੜਾ ਪਾਵਾਂਗਾ। ਤਾਂ ਖੈਰ ਇਹੀ ਕਰਕੇ ਸਵਾਲ ਪੁੱਛੇ ਜਾ ਰਹੇ ਨੇ ਕਿ ਜਦੋਂ ਤੁਸੀਂ ਇਹ ਗੱਲਾਂ ਕਰਕੇ ਭਗਤ ਸਿੰਘ ਦਾ ਨਾਮ ਲੈ ਕੇ ਇਨਕਲਾਬ ਦੇ ਨਾਰੇ ਲਗਾ ਕੇ ਆ ਰਹੇ ਹੋ ਤਾਂ ਫਿਰ ਜਦੋਂ ਖਰਚਾ ਕਰੋਗੇ ਤਾਂ ਲੋਕ ਪੁੱਛਣਗੇ। ਖੈਰ ਜਵਾਬ ਦੇਣੇ ਹੋਣਗੇ, ਲੋਕ ਪੁੱਛਣਗੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਹੁਤ ਬਹੁਤ ਧੰਨਵਾਦ ਗੌਰਵ ਇਸ ਗੱਲਬਾਤ ਦੇ ਲਈ। ਤਾਂ ਅਸੀਂ ਉਸ ਜਗ੍ਹਾ ਤੇ ਫੋਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਗੌਰਵ ਖੜੇ ਨੇ, ਜਿੱਥੇ ਸਮਾਗਮ ਹੋਣਾ ਹੈ, ਉਸ ਜਗ੍ਹਾ ਦੀ ਮਹੱਤਤਾ ਕੀ ਹੈ, ਕਿਉਂ ਇੰਪੋਰਟੈਂਸ ਹੈ, ਖਾਸ ਕਰਕੇ ਭਗਵੰਤ ਮਾਨ ਦੇ ਲਈ ਉਸ ਜਗ੍ਹਾ ਦੀ, ਕਿ ਉਹਨਾਂ ਨੇ ਸਹੁੰ ਚੱਕਣ ਦੇ ਲਈ ਇਸ ਜਗ੍ਹਾ ਨੂੰ ਚੁਣਿਆ ਹੈ, ਉਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਚੁਣੌਤੀਆਂ ਦਾ ਜ਼ਿਕਰ ਗੌਰਵ ਨੇ ਕੀਤਾ ਕਿ ਚੁਣੌਤੀਆਂ ਕੀ ਨੇ ਭਗਵੰਤ ਮਾਨ ਦੇ ਸਾਹਮਣੇ, ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਹੈ, ਪੂਰਾ ਕਰਨਾ ਹੈ। ਸ਼ੁਰੂਆਤੀ ਦੌਰ ਦੇ ਵਿੱਚ ਸਰਕਾਰਾਂ ਦੇ ਲਈ ਸਮਾਂ ਹੁੰਦਾ ਹੈ ਕਿ ਬਹੁਤ ਜ਼ਿਆਦਾ ਸਵਾਲ ਨਹੀਂ ਚੱਕੇ ਜਾ ਸਕਦੇ, ਕਿਉਂਕਿ ਜਦੋਂ ਮੌਕਾ ਮਿਲਿਆ ਹੈ ਹੁਣ ਅੱਗੇ ਕੁਝ ਟਾਈਮ ਜਿਹੜਾ ਹੈ ਉਹ ਹਰ ਕਿਸੇ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਆਪਣੀ ਪਰਫਾਰਮੈਂਸ ਦੇ ਲਈ। ਉਸ ਤੋਂ ਬਾਅਦ ਸਵਾਲ ਜਵਾਬ ਵੀ ਹੁੰਦੇ ਰਹਿੰਦੇ ਨੇ। ਖੈਰ 16 ਮਾਰਚ ਦਾ ਅਸੀਂ ਜ਼ਿਕਰ ਕਰ ਰਹੇ ਸੀ ਭਗਵੰਤ ਮਾਨ ਦੇ ਲਈ। ਕਿਉਂ 16 ਮਾਰਚ ਦੀ ਤਰੀਕ ਭਗਵੰਤ ਮਾਨ ਦੇ ਲਈ ਮਹੱਤਵਪੂਰਨ ਹੈ ਔਰ 16 ਮਾਰਚ ਦਾ ਦਿਨ ਚੁਣਿਆ ਕਿਉਂ ਗਿਆ ਹੈ, ਇੱਕ ਰਿਪੋਰਟ ਦਿਖਾਉਣੀ ਹੈ ਛੋਟੀ ਜਿਹੀ। ਭਗਵੰਤ ਮਾਨ ਉਹ ਨਾਮ ਜਿਸ ਤੋਂ ਪੰਜਾਬ ਦਾ ਬੱਚਾ ਬੱਚਾ ਜਾਣੂ ਏ। ਕਰੀਬ 3 ਦਹਾਕਿਆਂ ਤੋਂ ਪੰਜਾਬੀਆਂ 'ਚ ਵਿਚਰ ਰਿਹਾ ਮਾਨ ਪਹਿਲਾਂ ਕਾਮੇਡੀਅਨ ਵਜੋਂ ਪਹਿਚਾਣਿਆ ਗਿਆ ਅਤੇ ਫਿਰ ਸਿਆਸਤਦਾਨ ਵਜੋਂ। ਹੁਣ ਸ਼ਾਇਦ ਮਾਨ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ, ਮਾਨ ਆਪ ਦਾ ਮਾਣ ਬਣਿਆ ਅਤੇ ਪੰਜਾਬ ਦਾ ਮੁੱਖ ਮੰਤਰੀ ਵੀ। ਭਗਵੰਤ ਮਾਨ ਰਸਮੀ ਤੌਰ ਤੇ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਸਹੁੰ ਚੁੱਕ ਸਮਾਗਮ ਖਟਕੜ ਕਲਾਂ 'ਚ ਹੋਵੇਗਾ, ਪਰ ਦੋ ਸਵਾਲ ਜੋ ਹਰ ਪਲੇਟਫਾਰਮ ਤੇ ਪੁੱਛੇ ਜਾ ਰਹੇ ਨੇ ਕਿ ਖਟਕੜ ਕਲਾਂ ਹੀ ਕਿਉਂ ਅਤੇ 16 ਮਾਰਚ ਹੀ ਕਿਉਂ। ਖਟਕੜ ਕਲਾਂ ਦੀ ਗੱਲ ਫੇਰ ਕਦੇ ਸਹੀ, ਅੱਜ ਗੱਲ ਕਰਦੇ ਹਾਂ 16 ਮਾਰਚ ਦੀ। ਬਹੁਤ ਸਾਰੇ ਲੋਕ ਮੰਨਦੇ ਨੇ ਕਿ ਕੋਈ ਖਾਸ ਦਿਨ ਜਾਂ ਅੰਕੜਾ ਉਹਨਾਂ ਲਈ ਲੱਕੀ ਹੁੰਦਾ ਹੈ। ਵੱਡੇ ਵੱਡੇ ਖਿਡਾਰੀ ਆਪਣੇ ਲੱਕੀ ਨੰਬਰ ਜਰਸੀਆਂ ਪਿੱਛੇ ਲਿਖਵਾਉਂਦੇ ਨੇ। ਕਈ ਲੋਕ ਆਪਣੇ ਪ੍ਰੋਗਰਾਮ ਜਾਂ ਸਮਾਗਮ ਕਿਸੇ ਲੱਕੀ ਤਰੀਕ ਨੂੰ ਹੀ ਰੱਖਦੇ ਨੇ। ਉਹਨਾਂ 'ਚ ਇੱਕ ਨਾਮ ਭਗਵੰਤ ਮਾਨ ਦਾ ਵੀ ਹੈ। ਮਾਨ ਦੀ ਜ਼ਿੰਦਗੀ 'ਚ 16 ਦਾ ਅੰਕੜਾ ਬੇਹੱਦ ਅਹਿਮੀਅਤ ਰੱਖਦਾ ਹੈ। ਅਸਲ 'ਚ ਭਗਵੰਤ ਮਾਨ 16 ਮਈ 2014 ਨੂੰ ਪਹਿਲੀ ਵਾਰ ਜਿੱਤੇ ਸੀ ਅਤੇ ਜਿੱਤ ਕੇ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਸੀ। 2014 ਦੀ ਲੋਕ ਸਭਾ ਚੋਣ ਵੀ 16ਵੀਂ ਲੋਕ ਸਭਾ ਚੋਣ ਸੀ। ਇਸ ਤੋਂ ਬਾਅਦ ਸਫ਼ਰ ਨਾ ਭਗਵੰਤ ਮਾਨ ਦਾ ਰੁਕਿਆ ਅਤੇ ਨਾ ਹੀ ਉਹਨਾਂ ਨਾਲ ਚੱਲਣ ਵਾਲੇ 16 ਦੇ ਅੰਕੜੇ ਦਾ। 2022 ਚ ਮਾਨ ਲਈ 16 ਦੇ ਨੰਬਰ ਨੇ ਫਿਰ ਕਮਾਲ ਕੀਤਾ। ਭਗਵੰਤ ਮਾਨ ਨੇ 16ਵੀਂ ਵਿਧਾਨ ਸਭਾ ਚੋਣ ਆਪ ਦੇ ਮੁੱਖ ਮੰਤਰੀ ਚਿਹਰੇ ਵਜੋਂ ਲੜੀ ਅਤੇ ਹੁਣ 16 ਮਾਰਚ ਨੂੰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਨੇ। ਹਾਲਾਂਕਿ 16 ਦਾ ਅੰਕੜਾ ਮਾਨ ਲਈ ਜ਼ਿਆਦਾ ਲੱਕੀ ਮੰਨਿਆ ਜਾ ਰਿਹਾ ਹੈ, ਪਰ 17 ਦਾ ਅੰਕੜਾ ਵੀ ਘੱਟ ਨਹੀਂ। ਮਾਨ ਨੇ 16ਵੀਂ ਲੋਕ ਸਭਾ ਚੋਣ 'ਚ ਸੁਖਦੇਵ ਸਿੰਘ ਢੀਂਡਸਾ ਨੂੰ ਵੱਡੀ ਮਾਤ ਦੇਣ ਤੋਂ ਬਾਅਦ 17ਵੀਂ ਲੋਕ ਸਭਾ ਚੋਣ ਵੀ ਆਪਣੇ ਨਾਮ ਕੀਤੀ। ਭਗਵੰਤ ਮਾਨ ਪੂਰੇ ਦੇਸ਼ 'ਚ ਜਿੱਤਣ ਵਾਲੇ ਆਪ ਦੇ ਇਕਲੌਤੇ ਐਮਪੀ ਬਣੇ ਅਤੇ ਹੁਣ ਮਾਨ 16ਵੀਂ ਵਿਧਾਨ ਸਭਾ ਦੇ 17ਵੇਂ ਮੁੱਖ ਮੰਤਰੀ ਹੋਣਗੇ। ਜੇਕਰ 16 ਨੰਬਰ ਨੇ ਮਾਨ ਦੀ ਜ਼ਿੰਦਗੀ ਕੌੜੀਆਂ ਮਿੱਠੀਆਂ ਯਾਦਾਂ ਨਾਲ ਭਰੀ ਤਾਂ 17 ਦਾ ਅੰਕੜਾ ਵੀ ਮਾਨ ਲਈ ਉਨਾ ਹੀ ਖਾਸ ਰਿਹਾ। ਸੰਗਰੂਰ ਦੇ ਪਿੰਡ ਸਤੌਜ 'ਚ 17 ਅਕਤੂਬਰ 1973 ਨੂੰ ਭਗਵੰਤ ਮਾਨ ਨੇ ਜਨਮ ਲਿਆ।
ਸਿਆਸਤ ਹੀ ਨਹੀਂ, ਭਗਵੰਤ ਮਾਨ ਦੀ ਰੀਅਲ ਲਾਈਫ ਵੀ ਅੰਕੜਿਆਂ ਦੇ ਆਲੇ ਦੁਆਲੇ ਘੁੰਮੀ। 16 ਮਈ 1992 ਨੂੰ ਭਗਵੰਤ ਮਾਨ ਦੀ ਪਹਿਲੀ ਕੈਸਟ ਰਿਲੀਜ਼ ਹੋਈ। ਨਾਮ ਸੀ ਗੋਭੀ ਦੀ ਇਹ ਕੱਚੀ ਵਪਾਰ ਨੇ। ਸਿਲਸਿਲਾ ਇੱਥੇ ਵੀ ਨਹੀਂ ਰੁਕਿਆ। ਮਾਨ ਦੀ ਦੂਜੀ ਟੇਪ ਕੁਲਫੀ ਗਰਮਾ ਗਰਮ 16 ਦਸੰਬਰ 1992 ਨੂੰ ਆਈ, ਜਿਸ ਨਾਲ ਭਗਵੰਤ ਮਾਨ ਨੂੰ ਪੰਜਾਬ 'ਚ ਵੱਡੀ ਪਹਿਚਾਣ ਮਿਲੀ। ਇਹ ਵੀ ਨਹੀਂ ਕਿ ਮਾਨ ਲਈ 16 ਨੰਬਰ ਸਿਰਫ ਲੱਕੀ ਹੀ ਰਿਹਾ। 16 ਦੇ ਅੰਕੜੇ ਨੇ ਮਾਨ ਨੂੰ ਦੁੱਖ ਵੀ ਦਿੱਤੇ। ਜਦੋਂ 16 ਮਈ 2011 ਨੂੰ ਭਗਵੰਤ ਮਾਨ ਦੇ ਪਿਤਾ ਉਹਨਾਂ ਨੂੰ ਹਮੇਸ਼ਾ ਲਈ ਅਲਵਿਦਾ ਆਖੇ। ਮਾਨ ਦੇ ਪਿਤਾ ਦਾ ਦੇਹਾਂਤ ਹੋ ਗਿਆ, ਪਰ ਮਾਨ ਨਾ ਰੁਕੇ, ਨਾ ਥੱਕੇ, ਨਾ ਅੱਕੇ। ਸਿਲਸਿਲਾ ਚੱਲਦਾ ਗਿਆ। ਕੁੱਲ ਮਿਲਾ ਕੇ ਭਗਵੰਤ ਮਾਨ ਦੀ ਜ਼ਿੰਦਗੀ 'ਚ 16 ਤੇ 17 ਦੇ ਅੰਕੜੇ ਦਾ ਦਖਲ ਬੇहद ਦਿਲਚਸਪ ਹੈ। ਇਹਨਾਂ ਦੋ ਅੰਕੜਿਆਂ ਨੇ ਸਤੌਜ 'ਚ ਜਨਮੇ ਇੱਕ ਆਮ ਘਰ ਦੇ ਨੌਜਵਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾ ਦਿੱਤਾ। ਹੁਣ ਸਭ ਨੂੰ ਆਸ ਅਤੇ ਇੰਤਜ਼ਾਰ ਉਸ ਲੱਕੀ ਦਿਨ ਦਾ ਹੈ ਜਦੋਂ ਮਾਨ ਉਹਨਾਂ ਲਈ ਕੁਝ ਲੱਕੀ ਫੈਸਲੇ ਲੈਣਗੇ। ਤਾਂ 16 ਮਾਰਚ ਦੇ ਨਾਲ ਭਗਵੰਤ ਮਾਨ ਦਾ ਕੀ ਸਬੰਧ ਹੈ, ਔਰ ਅਸੀਂ ਇਹ ਦਿਖਾਇਆ ਕਿ ਕਿਉਂ 16 ਮਾਰਚ ਦੀ ਤਰੀਕ ਜਿਹੜੀ ਹੈ ਉਹ ਚੁਣੀ ਗਈ ਹੈ। ਖੈਰ, ਖਟਕੜ ਕਲਾਂ ਦੇ ਲੋਕ ਕੀ ਸੋਚਦੇ ਨੇ, ਥੋੜੀ ਦੇਰ ਪਹਿਲਾਂ ਗੌਰਵ ਜ਼ਿਕਰ ਕਰ ਰਹੇ ਸੀ। ਖਟਕੜ ਕਲਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਗੌਰਵ ਤੇ ਨਪਿੰਦਰ ਬਰਾੜ ਨੇ। ਤੁਹਾਨੂੰ ਉਹ ਗੱਲਬਾਤ ਵੀ ਸੁਣਾਉਂਦੇ ਹਾਂ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਨਪਿੰਦਰ ਸਿੰਘ ਬਰਾੜ। ਇਸ ਵੇਲੇ ਮੌਜੂਦ ਹਾਂ ਖਟਕੜ ਕਲਾਂ। ਜੀ ਹਾਂ, ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦਾ ਘਰ। ਅਸੀਂ ਇਸ ਵੇਲੇ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ ਔਰ ਇਸ ਵੇਲੇ ਸਾਡੇ ਨਾਲ ਉਹਨਾਂ ਦੇ ਪਿੰਡ ਦੇ ਲੋਕ ਇੱਥੇ ਪਹੁੰਚੇ ਹੋਏ ਨੇ, ਕਿਉਂਕਿ ਖਟਕੜ ਕਲਾਂ ਉਹ ਜਗ੍ਹਾ ਜਿੱਥੇ ਨਵੇਂ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਸਹੁੰ ਚੁੱਕਣ ਜਾ ਰਹੇ ਨੇ ਔਰ ਖਾਸ ਤੌਰ ਤੇ ਇਸ ਜਗ੍ਹਾ ਨੂੰ ਚੁਣਿਆ ਗਿਆ। ਅੱਜ ਇੱਥੋਂ ਦੇ ਲੋਕ ਕੀ ਸੋਚਦੇ ਨੇ, ਇੱਥੋਂ ਦੇ ਲੋਕਾਂ ਨੂੰ ਕਿੰਨੀਆਂ ਆਸਾਂ ਉਮੀਦਾਂ ਨੇ ਕਿ ਖਟਕੜ ਕਲਾਂ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਸਮਾਗਮ ਰੱਖਿਆ ਗਿਆ, ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਸਾਡੇ ਸਹਿਯੋਗੀ ਗੌਰਵ शुक्ला मौजूद ने। लिख रहा हूं अंजाम जिसका कल आगाज आएगा, मेरे लहू के हर एक कतरे से इनकलाब लिखा जाएगा। ਭਗਵੰਤ ਮਾਨ ਸਹੁੰ ਚੁੱਕਣ ਜਾ ਰਹੇ ਨੇ ਤੇ ਉਸ ਸਹੁੰ ਚੁੱਕਣ ਦੇ ਲਈ ਧਰਤੀ ਚੁਣੀ ਗਈ ਹੈ ਖਟਕੜ ਕਲਾਂ ਦੀ, ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ। ਔਰ ਇੱਥੋਂ ਦੇ ਲੋਕ ਕੀ ਸੋਚਦੇ ਨੇ, ਖਾਸ ਤੌਰ ਤੇ ਜਦੋਂ ਸੀਐਮ ਖੁਦ ਇੱਥੇ ਆ ਕੇ ਕਹਿ ਰਹੇ ਹੋਣ ਕਿ ਮੈਂ ਇਸ ਧਰਤੀ ਦੇ ਨਾਲ ਹੀ ਜੁੜਿਆ ਹੋਇਆ ਔਰ ਇੱਥੋਂ ਹੀ ਹਲਫ ਲੈ ਰਿਹਾ ਮੁੱਖ ਮੰਤਰੀ ਦੀ, ਕਿਉਂਕਿ ਬਹੁਤ ਸਾਰੇ ਦਾਅਵੇ ਵਾਅਦੇ ਉਹਨਾਂ ਦੇ ਵੱਲੋਂ ਵੀ ਕੀਤੇ ਗਏ ਨੇ। ਹੁਣ ਜ਼ਿਕਰ ਇਹੀ ਹੈ ਨਪਿੰਦਰ ਕਿ ਆਖਿਰ ਕਿਸ ਤਰੀਕੇ ਨਾਲ ਇਹ ਦਾਅਵੇ ਔਰ ਵਾਅਦੇ ਲੋਕਾਂ ਤੱਕ ਪਹੁੰਚਾਏ ਜਾਂਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਦੇ ਬਾਸ਼ਿੰਦਿਆਂ ਦੇ ਨਾਲ ਗੱਲਬਾਤ ਕਰ ਸਕੀਏ, ਜਾਣ ਸਕੀਏ ਕਿ ਆਖਿਰ ਉਹਨਾਂ ਦੇ ਦਿਲ ਦੇ ਵਿੱਚ ਹੁਣ ਹੈ ਕੀ ਜਦੋਂ ਜ਼ਿਕਰ ਹੁੰਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਦਾ। ਕਿਉਂਕਿ ਜਿਹੜੇ ਇਹ ਲੋਕ ਨੇ ਇਹ ਵੀ ਆਮ ਲੋਕ ਨੇ ਤੇ ਪੂਰੇ ਪੰਜਾਬ ਨੂੰ ਇਹਨਾਂ ਲੋਕਾਂ ਤੋਂ ਹੀ ਸੁਨੇਹਾ ਜਾਣਾ ਤੇ ਪੂਰੇ ਪੰਜਾਬ ਨੂੰ ਵੀ ਉਹੀ ਆਸਾਂ ਉਮੀਦਾਂ ਨੇ। ਬੇਸ਼ੱਕ ਭਗਵੰਤ ਮਾਨ ਖਟਕੜ ਕਲਾਂ ਤੋਂ ਸਹੁੰ ਚੁੱਕਣ ਜਾ ਰਹੇ ਨੇ, ਪਰ ਉਹ ਕਹਿੰਦੇ ਨੇ ਕਿ ਆਮ ਲੋਕ ਆ ਤੇ ਉਹਨਾਂ ਦੇ ਨਾਲ ਪੂਰਾ ਪੰਜਾਬ ਕਹਿੰਦੇ ਆ ਕਿ ਸਹੁੰ ਚੁੱਕਣ ਜਾ ਰਿਹਾ। ਤਾਂ ਲੋਕ ਕੀ ਸੋਚਦੇ ਨੇ, ਕਿੰਨੀਆਂ ਆਸਾਂ ਉਮੀਦਾਂ, ਬੜੀਆਂ ਆਸਾਂ ਵੱਧ ਜਾਂਦੀਆਂ ਨੇ। ਬਾਈ ਜੀ, ਵੱਡਾ ਪ੍ਰੋਗਰਾਮ ਤੁਹਾਡੇ ਪਿੰਡ ਦੇ ਵਿੱਚ ਰੱਖ ਲਿਆ ਗਿਆ, ਕੀ ਸੋਚਦੇ ਹੋ? ਪਿੰਡ ਦੇ ਲੋਕਾਂ ਨੂੰ ਇਸ ਵੇਲੇ ਕੀ ਲੱਗ ਰਿਹਾ ਕਿ ਕੀ ਵਾਕਈ ਕੁਝ ਬਦਲਣ ਜਾ ਰਿਹਾ? ਦੇਖੋ ਜੀ, ਜੋ ਉਹਨਾਂ ਨੇ ਸੋਚਿਆ ਆ ਭਗਤ ਸਿੰਘ ਦੀ ਇੱਥੇ ਆ ਕੇ ਉਹਨਾਂ ਨੇ ਸਹੁੰ ਦਾ ਚੱਕਣ ਦਾ ਰੱਖਿਆ, ਬਹੁਤ ਹੀ ਵਧੀਆ ਗੱਲ ਆ। ਇਸ ਲਈ ਸਾਨੂੰ ਪਿੰਡ ਨੂੰ ਇਹ ਆਸ ਆ ਵੀ ਸਾਡੇ ਪਿੰਡ ਲਈ ਕੁਝ ਤਾਂ ਕੁਝ ਕਰਕੇ ਹੀ ਜਾਣਗੇ ਸਪੈਸ਼ਲ। ਬਾਕੀ ਪੰਜਾਬ ਲਈ ਤਾਂ ਕਰਨਾ ਹੀ ਪੈਣਾ ਉਹਨਾਂ ਨੂੰ, ਸਾਡੇ ਪਿੰਡ ਲਈ ਵੀ ਸਪੈਸ਼ਲ ਕਰਨਗੇ, ਉਹਦੇ ਲਈ ਸਾਨੂੰ ਪੂਰਾ ਯਕੀਨ ਹੈ। ਪਿੰਡ ਦੇ ਹਾਲਾਤ ਕੀ ਨੇ? ਪਿੰਡ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਬਾਕੀ ਪਿੰਡਾਂ ਨਾਲੋਂ ਤਾਂ ਵੱਖਰਾ ਲੱਗ ਰਿਹਾ, ਬਾਕੀ ਲੱਗ ਰਿਹਾ ਕਿ ਅਸੀਂ ਕਿਸੇ ਖਾਸ ਪਿੰਡ ਦੇ ਵਿੱਚ ਆ। ਨਹੀਂ, ਇੱਥੇ ਜਿੱਦਾਂ ਸ਼ਹੀਦ ਭਗਤ ਸਿੰਘ ਦਾ ਘਰ ਆ, ਇਸ ਲਈ ਥੋੜਾ ਜਿਹਾ ਹੋਰ ਜ਼ਿਆਦਾ ਵਧੀਆ ਲੱਗ ਰਿਹਾ। ਪਰ ਕਈ ਸਮੱਸਿਆਵਾਂ ਸਾਡੀਆਂ ਬਹੁਤ ਜ਼ਿਆਦਾ ਆ ਜਿਹੜੀਆਂ ਨਿਊਜ਼ ਚੈਨਲ ਹਲੇ ਦੇ ਨਹੀਂ ਰਹੇ। ਇੱਕ ਤਾਂ ਪਿੰਡ ਵਿੱਚ ਕੋਈ ਗਰਾਊਂਡ ਵੀ ਨਹੀਂ ਹੈ ਸਰ। ਦੂਜਾ, ਇੱਕ 4 ਸਾਲ ਤੋਂ ਸਟੇਸ਼ਨ ਦਾ ਹਾਲ ਦੇਖੋ ਤੁਸੀਂ ਜਾ ਕੇ, ਰਾਹ ਬਲੌਕ ਹੈ, ਉੱਥੇ ਤੁਰ ਕੇ ਵੀ ਕੋਈ ਲੰਘ ਨਹੀਂ ਸਕਦਾ। ਤੇ ਨੰਬਰ 2 ਤੇ ਆਪਾਂ ਜੇ ਦੇਖਿਆ ਜਾਵੇ ਇੱਥੇ ਆਲੇ ਦੁਆਲੇ ਪਿੰਡ ਦੇ ਗੰਦਗੀ ਵੀ ਬਹੁਤ ਹੈਗੀ ਆ। ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੌਰਵ, ਬਹੁਤ ਕੁਝ ਕਰਨ ਦੀ ਲੋੜ ਆ ਹਾਲੇ ਜੀ। ਬਿਲਕੁਲ ਖਾਸ ਇਹ ਵੀ ਹੈ ਕਿ ਜਦੋਂ ਪਿੰਡ ਦਾ ਜ਼ਿਕਰ ਹੋ ਰਿਹਾ, ਕਿਉਂਕਿ ਇਹ ਪਹਿਲਾਂ ਆਪਾਂ ਜਦੋਂ ਪਿੰਡ ਦੇ ਵਿੱਚ ਐਂਟਰ ਕੀਤੇ ਸੜਕ ਤੋਂ, ਮੇਨ ਰੋਡ ਤੋਂ, ਤਾਂ ਲੱਗਿਆ ਕਿ ਪਿੰਡ ਬਹੁਤ ਸੋਹਣਾ, ਪਰ ਸਮੱਸਿਆਵਾਂ ਇੱਥੇ ਵੀ ਹੈਗੀਆਂ ਨੇ। ਪਿੰਡ ਦੀਆਂ ਕੁਝ ਮਹਿਲਾਵਾਂ ਵੀ ਸਾਡੇ ਨਾਲ ਨੇ। ਹਾਂਜੀ ਬੀਬੀ, ਕਿਵੇਂ ਹੈ ਪਿੰਡ? ਦੱਸੋ ਕਿ ਜ਼ਿਕਰ ਭਗਤ ਸਿੰਘ ਦਾ ਹੋ ਰਿਹਾ ਹੈ, ਦੱਸੋ ਕੀ ਉਮੀਦਾਂ ਨੇ ਇਸ ਵਾਰ ਮੁੱਖ ਮੰਤਰੀ ਤੋਂ? ਹਾਂਜੀ, ਸਾਨੂੰ ਪਹਿਲੇ ਤਾਂ ਇਹ ਆ ਜੀ ਸਾਡੇ ਪਿੰਡ ਦਾ ਅੱਡਾ ਪੱਕਾ ਹੋਣਾ ਚਾਹੀਦਾ ਸੀ। ਇੰਨੀਆਂ ਔਖੀਆਂ 2-2 ਘੰਟੇ ਅਸੀਂ
ਅੱਡੇ ਤੇ ਖੜੀਆਂ ਰਹਿੰਦੀਆਂ ਸਾਡੀਆਂ ਧੀਆਂ ਭੈਣਾਂ, ਸਟੇਸ਼ਨ ਤੇ ਜਾਓ ਲੁੱਟ ਖੋਹ ਹੁੰਦੀ ਆ। ਸਾਡਾ ਅੱਡਾ ਪੱਕਾ ਹੋਣਾ ਚਾਹੀਦਾ, ਬਸ ਹਰੇਕ ਖੜ ਕੇ ਜਾਣੀ। ਚਲੋ ਇਹ ਬਹੁਤ ਇੰਪੋਰਟੈਂਟ ਹੈ ਨਪਿੰਦਰ ਕਿ ਇੱਥੇ ਦੇ ਲੋਕ ਬੱਸ ਸਟੈਂਡ ਦਾ ਵੀ ਜ਼ਿਕਰ ਕਰ ਰਹੇ ਨੇ। ਕੁਝ ਕਹਿਣਾ ਚਾਹੋਗੇ ਜੀ ਤੁਸੀਂ ਇੱਥੇ ਕੀ, ਕਿਉਂਕਿ ਭਗਵੰਤ ਮਾਨ ਜ਼ਿਕਰ ਕਰ ਰਹੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ, ਔਰ ਪਿੰਡ ਦੇ ਲੋਕਾਂ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਲਈ, ਇਸ ਪਿੰਡ ਦੇ ਲਈ, ਇਲਾਕੇ ਦੇ ਲਈ ਬੇਟੇ ਉਮੀਦ ਬਹੁਤ ਆ ਉਹਨਾਂ ਦੇ ਸਾਡੇ ਪਰ, ਸਾਨੂੰ ਬਹੁਤ ਮਾਣ ਉਹਨਾਂ ਤੇ, ਸਾਡੀ ਮੰਗਾਂ ਪੂਰੀਆਂ ਕਰੂਗੀ। ਹਾਂ ਚਲੋ ਠੀਕ ਹੈ, ਸਮੱਸਿਆਵਾਂ ਹੈਗੀਆਂ ਨੇ, ਔਰ ਖਾਸ ਇਹ ਹੈ ਕਿ ਕਿਉਂਕਿ ਜਦੋਂ ਆਪਾਂ ਪੂਰੇ ਪੰਜਾਬ ਦਾ ਜ਼ਿਕਰ ਕਰਦੇ ਹਾਂ ਤਾਂ ਇਹ ਪਿੰਡ ਇੱਕ ਤਰੀਕੇ ਨਾਲ ਰੋਲ ਮਾਡਲ ਵੀ ਹੋਏਗਾ ਬਾਕੀ ਥਾਵਾਂ ਦੇ ਲਈ, ਬਾਕੀ ਪੰਜਾਬ ਦੇ ਲਈ। ਯਾਦ ਹੋਣਾ ਗੌਰਵ ਤੁਹਾਨੂੰ ਕਿ ਕਈ ਵਾਰ ਕਈ ਕਿਸੇ ਸ਼ਖਸ ਦੀ ਫੋਟੋ ਯੂਜ਼ ਕੀਤੀ ਜਾਂਦੀ ਆ, ਤਾਂ ਉਸ ਤੋਂ ਬਾਅਦ ਉੱਥੇ ਬੜਾ ਧਿਆਨ ਦਿੱਤਾ ਜਾਂਦਾ ਕਿ ਜਿਹਦੀ ਫੋਟੋ ਲਾਈ ਹੁਣ ਕੁਝ ਮਿਲਿਆ ਕਿ ਨਹੀਂ ਮਿਲਿਆ। ਤਾਂ ਕਈ ਵਾਰ ਐਸੇ ਲਾਂਭੇ ਮਿਲਦੇ ਰਹੇ ਨੇ ਹੁਣ ਤੱਕ ਪੰਜਾਬ ਦੀ ਰਾਜਨੀਤੀ 'ਚ ਕਿ ਫੋਟੋ ਤਾਂ ਮੇਰੀ ਲਾ ਲਈ ਪਰ ਮੇਰਾ ਕੁਝ ਨਹੀਂ ਹੋਇਆ। ਤਾਂ ਕਿਤੇ ਖਟਕੜ ਕਲਾਂ ਵੀ ਉਹ ਲਾਂਭੇ ਤਾਂ ਨਹੀਂ ਦੇਵੇਗਾ। ਬਾਈ ਜੀ ਕਿਵੇਂ ਦੇਖਦੇ ਹੋ? ਵਾਕਈ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਬਾਈ ਜੀ ਖੜੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਸਮੱਸਿਆਵਾਂ ਅਜੇ ਵੀ ਬਹੁਤ ਨੇ, ਪਰ ਲੱਗਦਾ ਹੈ ਕਿ ਇੱਕ ਬਦਲਾਵ, ਲੋਕ ਕਹਿੰਦੇ ਸੀ ਬਦਲਾਵ ਲੈ ਕੇ ਆਉਣਾ, ਲੱਗਦਾ ਹੈ ਕਿ ਉਸ ਬਦਲਾਵ ਦੇ ਨਾਲ ਪੰਜਾਬ 'ਚ ਬਦਲਾਅ ਨਜ਼ਰ ਆਏਗਾ। ਵੇਖੋ, ਮੈਂ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਨੂੰ ਨਮਸਕਾਰ ਹੁੰਦਾ ਹੋਇਆ ਨਤਮਸਤਕ ਹੋਣਾ ਅਤੇ ਸਾਨੂੰ ਖੁਸ਼ੀ ਵੀ ਬਹੁਤ ਹੈ ਵੀ ਸਾਡੇ ਪਿੰਡ ਦੇ ਵਿੱਚ ਭਗਵੰਤ ਸਿੰਘ ਮਾਨ ਇੱਥੇ ਆ ਕੇ ਸਹੁੰ ਚੁੱਕ ਰਹੇ ਹੈ। ਬੜੀ ਚੰਗੀ ਗੱਲ ਹੈ ਜੇ ਉਹ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਗੇ। ਪਰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਮਨਪ੍ਰੀਤ ਬਾਦਲ ਨੇ ਵੀ ਇੱਥੋਂ ਦੀ ਮਿੱਟੀ ਚੱਕ ਕੇ ਆਪਣੇ ਮੱਥੇ ਨੂੰ ਲਾਈ ਸੀ ਵੀ ਜੇ ਕਿਤੇ ਮੇਰਾ ਰਾਜ ਭਾਗ ਆਇਆ ਤੇ ਮੈਂ ਇਸ ਧਰਤੀ ਨੂੰ, ਇਸ ਪਿੰਡ ਨੂੰ ਸਵਰਗ ਬਣਾ ਦਿਆਂਗਾ। ਪਰ ਸ਼ਾਇਦ ਤੁਹਾਨੂੰ ਵੀ ਪਤਾ ਵੀ ਹੋਵੇ, ਮੀਡੀਆ ਵਾਲੇ ਹੋ, ਮੈਂ ਕਾਫੀ ਤੁਸੀਂ ਇੱਧਰ ਉੱਧਰ ਜਾਂਦੇ ਹੋ, ਇਸ ਬਿਲਡਿੰਗ ਦਾ ਮੇਰਾ ਖਿਆਲ ਹੈ ਇਸ ਪਿੰਡ ਦਾ ਜਿਹੜਾ ਆ ਪਾਰਕ ਵਗੈਰਾ ਬਣੀ ਹੋਈ ਹੈ ਜਾਂ ਮਿਊਜ਼ੀਅਮ ਹੈ ਉਹਦਾ ਤਕਰੀਬਨ ਬਿੱਲ ਖੜਾ ਹੀ ਰਹਿੰਦਾ, ਸਰਕਾਰੀ ਬਿੱਲ ਖੜਾ, ਸਰਕਾਰ ਕੋਈ ਬਿੱਲ ਨਹੀਂ ਦੇ ਹੁੰਦਾ ਉਹਦਾ। ਅੱਛਾ, ਬਿੱਲ ਬਕਾਇਆ ਪੈਂਡਿੰਗ ਰਹਿੰਦਾ। 1,20,000 ਰੁਪਇਆ ਬਿੱਲ ਵੀ ਜਿਹੜਾ ਵੀ ਉਹ ਅਜੇ ਵੀ ਖੜਾ ਸੀ। ਮੀਟਰ ਵੀ ਕੱਟਿਆ ਜਾਂਦਾ, ਮੀਟਰ ਵੀ ਕਈ ਵਾਰ ਕੱਟਣ ਤੱਕ ਵੀ ਆ ਜਾਂਦੀ ਹੈ। ਤੇ ਜਿਹੜੇ ਸਾਡੇ NRI ਭਰਾ ਆ ਇਕੱਠ ਕੇ ਮਿੰਤਰਲਾ ਕਰਦੇ ਆ ਭਾਈ ਕਿਸੇ ਨਾ ਕਿਸ ਤਰ੍ਹਾਂ ਇਹਦਾ ਬਿੱਲ ਦਈਏ, ਕੋਈ ਕਰੀਏ, ਕੋਈ ਨਾ ਕੋਈ ਇਸ ਪਿੰਡ ਦਾ ਮੀਟਰ, ਇੱਥੋਂ ਦੀ ਯਾਦਗਾਰ, ਇੱਥੋਂ ਦੇ ਪਾਰਕ ਦੇ ਮੀਟਰ ਕਹਿੰਦੇ ਲਾਈਟਾਂ ਤੋਂ ਵਾਂਝੇ ਹੋ ਜਾਂਦੇ ਨੇ, ਹਨੇਰਾ ਪੈ ਜਾਂਦਾ ਕਰੋ। ਪਰ ਉਮੀਦ ਹੈ ਕਿ ਭਗਵੰਤ ਮਾਨ ਸੁਣ ਰਹੇ ਹੋਣਗੇ, ਉਹਨਾਂ ਤੱਕ ਇਹ ਗੱਲ ਪਹੁੰਚੇਗੀ। ਹੁਣ ਦੁਬਾਰਾ ਤਾਰ ਨਾ ਕੱਟੀ ਜਾਵੇ ਤੇ ਦੁਬਾਰਾ ਬਿੱਲ ਪੈਂਡਿੰਗ ਨਾ ਰਵੇ, ਬੜੀਆਂ ਉਮੀਦਾਂ ਨੇ ਕਰੋ। ਜੀ ਜੀ, ਹੋਰ ਕਿਉਂਕਿ ਇਸ ਪਿੰਡ ਨੂੰ 8 ਮੁਲਾਜ਼ਮ ਕੱਚੇ ਦਿੱਤੇ ਸੀ, ਕਿਉਂਕਿ ਇੱਥੇ ਪਾਰਕ ਵੀ ਹੈਗੀ ਆ, ਉਧਰ ਵੀ ਕਾਫੀ ਕੰਮ ਕਰ ਹੈਗਾ ਜਿਹਦਾ ਮੇਨਟੇਨ ਕਰਨਾ ਬੜੀ ਵੱਡੀ ਗੱਲ ਹੈ। ਪਰ ਉਹਦੇ ਵਿੱਚੋਂ ਇਹਨਾਂ ਨੇ 8 ਮੁਲਾਜ਼ਮਾਂ ਦੇ ਵਿੱਚੋਂ 5 ਮੁਲਾਜ਼ਮ ਤਾਂ ਪਹਿਲਾਂ ਅਫਸਰਾਂ ਨੇ ਘਰ ਨੂੰ ਤੋੜ ਦਿੱਤੇ ਵੀ ਭਾਈ ਤੁਹਾਡੀ ਤਨਖਾਹ ਪਿੱਛੋਂ ਆਉਂਦੀ ਨਹੀਂ ਹੈਗੀ ਵੀ ਤੁਸੀਂ ਜਾਓ। ਹੁਣ 3 ਰਹਿ ਗਏ, ਜਿਹੜੇ 3 ਰਹਿ ਗਏ ਉਹਨਾਂ ਨੂੰ ਵੀ 3 ਮਹੀਨੇ ਹੋ ਗਏ, ਤਨਖਾਹ ਨਹੀਂ ਮਿਲੀ ਅਜੇ ਤੱਕ। ਇਹ ਕਿਤੇ ਨਾ ਕਿਤੇ ਗੌਰਵ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਵੱਲ ਜੇ ਕੁਝ ਬਣਾਇਆ ਤਾਂ ਉਹਦਾ ਰੱਖ ਰਖਾਵ, ਇਹ ਸਭ ਚੀਜ਼ਾਂ ਦਾ ਧਿਆਨ ਦੇਣਾ ਪਏਗਾ। ਸਿਸਟਮ ਨੂੰ ਸੁਧਾਰ ਦੀ ਵਾਕਈ ਬਹੁਤ ਲੋੜ ਹੈ। ਔਰ ਇਹ ਵੀ ਖਾਸ ਹੈ ਕਿਉਂਕਿ ਜਦੋਂ ਆਪਾਂ ਪਿੰਡ ਦੇ ਵਿੱਚ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਐਂਟਰ ਕਰਦੇ ਆ ਤਾਂ ਲੱਗਦਾ ਕਿ ਇੱਥੇ ਆਲ ਇਜ਼ ਵੈਲ ਹੈ, ਸਭ ਕੁਝ ਇੱਥੇ ਵਧੀਆ ਹੈ। ਪਰ ਸਥਾਨਕ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ, ਉਮੀਦ ਹੈ ਕਿ ਦੂਰ ਦੇ ਢੋਲ ਸੁਹਾਵਣੇ ਲੱਗਦੇ, ਦੂਰ ਦੇ ਢੋਲ ਸੁਹਾਵਣੇ ਲੱਗਦੇ ਨੇ। ਕੁਝ ਨੌਜਵਾਨ ਵੀ ਹੈਗੇ ਸਾਡੇ ਨਾਲ, ਕੀ ਕਹਿਣਾ ਚਾਹੋਗੇ ਤੁਸੀਂ? ਪਿੰਡ ਦਾ ਬਹੁਤ ਜ਼ਿਕਰ ਹੈ, ਹਮੇਸ਼ਾ ਤੋਂ ਹੀ ਹੁੰਦਾ ਹੈ ਤੇ ਇਸ ਵਾਰ ਵੀ ਬਹੁਤ ਜ਼ਿਕਰ ਹੋ ਰਿਹਾ ਹੈ। ਇੱਥੇ ਆ ਕੇ ਮੁੱਖ ਮੰਤਰੀ ਦਾ ਅਹੁਦਾ ਦੀ ਸਹੁੰ ਚੁੱਕ ਰਹੇ ਨੇ ਭਗਵੰਤ। ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਆ ਜੀ, ਦੇਖੋ ਜੀ ਮੁੱਖ ਮੰਤਰੀ ਬਣੇ ਆ, ਉਹਨਾਂ ਨੂੰ ਬਹੁਤ ਬਹੁਤ ਇਹ ਵਧਾਈ ਆ। ਤੇ ਜਿੱਦਾਂ ਜੀ ਇਹਨਾਂ ਨੇ ਸਿਕਿਉਰਿਟੀ ਲਾਈ ਆ, ਇਹਨਾਂ ਨੇ VIP ਸਹੂਲਤਾਂ ਨੂੰ ਕੀਤਾ ਆ, ਕਿਉਂਕਿ ਇਹ ਚੀਜ਼ਾਂ ਅਸੀਂ ਖਤਮ ਕਰਨਾ ਚਾਹੁੰਦੇ ਆ। ਕਿਉਂਕਿ ਜਿਹੜੇ ਬਾਕੀ ਪਾਰਟੀਆਂ ਵਾਲੇ ਵੀ ਆ, ਬਾਦਲ ਹੁਣੇ ਰਹੇ ਆ, ਕੈਪਟਨ ਹੁਣੇ ਰਹੇ ਆ, ਉਹਨਾਂ ਨੇ VIP ਸਹੂਲਤਾਂ ਰੱਖੀਆਂ। ਠੀਕ ਆ ਜੀ, ਤੁਸੀਂ ਕਹਿ ਰਹੇ ਹੋ ਕਿ VIP ਕਲਚਰ ਖਤਮ ਹੋਣ ਦਾ ਜ਼ਿਕਰ ਸੀ, ਹੋਣਾ ਚਾਹੀਦਾ। ਹਾਂਜੀ, ਹੁਣ VIP ਸਹੂਲਤ ਸਾਰੀ ਇੱਧਰ ਲੱਗ ਗਈ। ਕੱਲ ਨੂੰ ਕੋਈ ਹੁਣ ਜੇ 5-6 ਜ਼ਿਲ੍ਹਿਆਂ ਦੇ ਵੀ ਹੁਣ ਪੁਲਿਸ ਇੱਥੇ ਲੱਗੀ ਆ, ਕੱਲ ਨੂੰ ਕੋਈ ਹੋਰ ਸ਼ਹਿਰ 'ਚ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਉੱਥੇ ਹੁਣ ਪੁਲਿਸ ਹੁੰਦੀ ਨਹੀਂ। ਫੇਰ ਠੀਕ ਹੈ ਨਪਿੰਦਰ, ਇਹ ਸਵਾਲ ਪੁੱਛੇ ਜਾਣਗੇ ਕਿਉਂਕਿ ਇਹਨਾਂ ਮੁੱਦਿਆਂ ਦੇ ਉੱਤੇ ਹੀ ਇਲੈਕਸ਼ਨ ਲੜੀ ਗਈ, ਇਹਨਾਂ ਮੁੱਦਿਆਂ ਤੇ ਹੀ ਚੋਣ ਜਿੱਤੀ ਹੈ ਔਰ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਹੁਣ ਲੋਕ ਸਵਾਲ ਪੁੱਛਣਗੇ ਕਿ ਤੁਸੀਂ VIP ਕਲਚਰ ਦਾ ਜ਼ਿਕਰ ਕਰਦੇ ਸੀ, ਉਹ ਖਤਮ ਹੋਣਾ ਚਾਹੀਦਾ। ਔਰ 92 ਸੀਟਾਂ ਦੀ ਜਦੋਂ ਗੱਲ ਆ ਜੇ ਨਾ ਤਾਂ ਉਦੋਂ ਜ਼ਿੰਮੇਵਾਰੀ ਬਣ ਜਾਂਦੀ ਆ। ਔਰ 92 ਸੀਟਾਂ ਸ਼ਾਇਦ ਆਮ ਚੋਣਾਂ ਦੇ ਵਿੱਚ ਨਹੀਂ ਆਉਂਦੀਆਂ, ਇਤਿਹਾਸ ਬਣ ਗਿਆ। ਤਾਂ ਲੋਕਾਂ ਨੇ ਵਾਕਈ, ਇੱਧਰ ਹੋਰ ਸ਼ਖਸ ਸਾਡੇ ਨਾਲ ਮੌਜੂਦ ਨੇ, ਕਿਵੇਂ ਦੇਖਦੇ? ਤੁਸੀਂ ਤਾਂ ਸੀਨੀਅਰ ਵੀ ਲੱਗਦੇ ਹੋ, ਕਾਫੀ ਕੁਝ ਬਦਲਦਾ ਤੁਸੀਂ ਦੇਖਿਆ ਹੋਣਾ। ਕੀ ਲੱਗਦਾ ਹੈ ਕਿ ਇਸ ਵਾਰ ਦਾ ਬਦਲਾ, ਹੁਣ ਲਾਂਭੇ ਹਲੇ ਵੀ ਬੜੇ ਨੇ, ਇਹਨਾਂ ਲਾਂਭਿਆਂ ਤੋਂ ਤੁਹਾਨੂੰ ਲੱਗਦਾ ਹੈ ਕਿ ਸਿਸਟਮ ਨੂੰ ਠੀਕ ਕਰਨ ਦੇ ਲਈ ਕੁਝ ਬਦਲ ਰਿਹਾ? ਕਿਉਂਕਿ ਦੇਖੋ ਬਦਲਾਅ ਦੀ ਗੱਲ ਹੋ ਰਹੀ ਹੈ, ਆਸ ਉਮੀਦ ਤਾਂ ਰੱਖਣੀ ਪਏਗੀ। ਹਾਂਜੀ, ਸਾਡੇ ਤਾਂ ਬਹੁਤੀਆਂ ਜਿਹੜੀ ਮੁਸ਼ਕਲਾਂ ਇਹ ਹੈ ਕਿ ਇੱਕ ਸੀਵਰੇਜ ਦੀ ਵੀ ਕਾਫੀ ਪ੍ਰੋਬਲਮ ਆ ਤੇ ਕੂੜਾ ਕਰਕਟ ਤੁਸੀਂ ਜਾ ਕੇ ਦੇਖੋ ਆਪਣੇ ਸਾਰੇ ਜਿੱਦਾਂ ਘਰਾਂ ਦੇ ਵਿੱਚ ਪਿਆ, ਕੋਈ ਚੱਕਦਾ ਨਹੀਂ, ਕੋਈ ਕਿਸੇ ਕੋਲ ਹੈ ਨਹੀਂ। ਕਿਸੇ ਪੰਚਾਇਤ ਨੂੰ ਕਹਿ ਲਓ, ਸਾਰੇ ਆਪਣੀ ਗੱਲਾਂ ਕਰਕੇ ਤੇ ਕਈ ਤਾਂ ਆਪਣੀਆਂ ਜਿਹੜੀਆਂ ਗਲੀਆਂ ਬਣਾ ਕੇ ਸਾਰ ਲੈਂਦੇ ਆ। ਜਿਹੜੇ ਪਿੰਡ ਦੇ ਨਾ ਜਿੰਨਾ ਗੰਦ ਪਿਆ ਇੱਥੇ, ਮੇਰਾ ਖਿਆਲ ਹੈ ਭਾਗਸੂ ਦੇ ਪਿੰਡ ਨੂੰ ਉਹ ਸਾਰਾ ਸਾਫ਼ ਕਰਨਾ ਚਾਹੀਦਾ। ਤੇ ਬਾਕੀ ਭਗਵੰਤ ਮਾਨ ਜਾਂ ਸਾਰੇ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ, ਮੈਂ NRI ਆ ਤੇ
ਉਹ ਸਾਨੂੰ ਬਹੁਤ ਉਮੀਦ ਆ ਵੀ ਵਧੀਆ ਕੰਮ ਕਰੂਗਾ, ਕਿ ਦਿੱਲੀ ਵਿੱਚ ਉਹਦੇ ਕੰਮ ਹੀ ਦੇਖੇ ਆ ਤੇ ਦਿੱਲੀ ਇੱਕ ਚੀਜ਼ ਸਮਝਣੀ ਚਾਹੂੰਗਾ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਚੀਜ਼ਾਂ ਬਦਲ ਗਈਆਂ, ਆਸ ਲੱਗਦੀ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਲਾਂਭੇ ਪਹਿਲਾਂ ਦਿੰਦੇ ਰਹੇ ਕਿ ਉਹ ਲਾਂਭੇ ਸ਼ਾਇਦ ਹੁਣ ਨਾ ਹੋਣਗੇ? ਹਾਂਜੀ ਡੈਫੀਨਿਟਲੀ ਹੋ ਗਈਆਂ, ਕਿ ਜਦੋਂ ਦੀ ਦਿੱਲੀ ਕੀਤੀਆਂ ਇੱਥੇ ਵੀ ਕਰੂਗੇ। ਕੀ ਬਾਕੀ ਪਿੰਡਾਂ ਦੇ ਨਾਲੋਂ ਇਸ ਪਿੰਡ ਦੀ ਰਾਜਨੀਤੀ ਦਾ ਥੋੜਾ ਫਰਕ ਲੱਗਦਾ ਤੁਹਾਨੂੰ? ਕਿ ਆਮ ਪਿੰਡਾਂ ਦੇ ਵਿੱਚ ਤਾਂ ਦੇਖੋ ਲੋਕਲ ਲੈਵਲ ਤੇ ਬੜੀ ਸਿਆਸਤ ਹੁੰਦੀ ਆ, ਪਰ ਜਦੋਂ ਭਗਤ ਸਿੰਘ ਦੇ ਨਾਮ ਦੇ ਨਾਲ ਪਿੰਡ ਦਾ ਨਾਮ ਜੁੜ ਜੇ ਤਾਂ ਉਹ ਚੀਜ਼ ਸਮਝਣੀ ਚਾਹੂੰਗਾ, ਪਿੰਡ 'ਚ ਘੱਟੋ ਘੱਟ ਉਸ ਚੀਜ਼ ਤੋਂ ਬਚੇ ਹੋ? ਹਾਂਜੀ ਨਹੀਂ, ਸਾਡੇ ਇਦਾਂ ਹੈ ਨਹੀਂ, ਬਹੁਤੀ ਜ਼ਿਆਦਾ ਗਰੁੱਪਬਾਜੀ ਹੈ ਨਹੀਂ, ਥੋੜੀ ਬਹੁਤੀ ਚਲੋ ਹਰੇਕ ਪਿੰਡ 'ਚ ਹੁੰਦੀ, ਇਦਾਂ ਨਹੀਂ ਸਾਰੇ ਪਿੰਡ ਜਦੋਂ ਭਗਤ ਦੇ ਨਾਂ ਤੇ ਹੁੰਦੀ ਕੋਈ ਵੀ ਗੱਲਬਾਤ ਤਾਂ ਅਸੀਂ ਸਾਰੇ ਇਕੱਠੇ ਹੋਏ ਨੇ, ਚਾਹੇ ਕੋਈ ਅਕਾਲੀ ਹੋਵੇ, ਚਾਹੇ ਕੋਈ ਆਮ ਆਦਮੀ ਪਾਰਟੀ ਆ, ਚਾਹੇ ਕਾਂਗਰਸ ਆ, ਤੇ ਲੋਕਾਂ ਦੇ ਜਿਹੜੇ ਆਪਣੇ ਗਰੁੱਪਬਾਜੀ ਬਹੁਤ ਘੱਟ ਵਾ, ਜੇ ਥੋੜੀ ਬਹੁਤੀ ਤਾਂ ਹਰੇਕ ਪਿੰਡ 'ਚ ਹੁੰਦੀ ਆ। ਗਰੁੱਪਬਾਜੀ ਘੱਟ ਹੈ ਗੌਰਵ, ਇੱਥੇ ਇਹ ਬੜੀ ਜ਼ਰੂਰੀ ਗੱਲ ਆ ਔਰ ਖੁਸ਼ੀ ਦੀ ਗੱਲ ਆ। ਸ਼ਾਇਦ ਗਰੁੱਪਬਾਜੀ ਜਿਹੜੀ ਗਰੁੱਪ ਸਿਸਟਮ ਹੈ ਉਹ ਪਿੰਡਾਂ ਦੇ ਵਿੱਚ ਕਈ ਪਿੰਡਾਂ ਦਾ ਵੱਡਾ ਨੁਕਸਾਨ ਉਸੇ ਗਰੁੱਪਿਜ਼ਮ ਦੇ ਕਰਕੇ ਹੁੰਦਾ ਹੈ। ਖਾਸ ਇਹ ਕਿਉਂਕਿ ਇੱਥੋਂ ਦਾ ਸੁਨੇਹਾ ਜਾਂਦਾ ਨਾ ਹਰ ਥਾਂ ਦੇ ਉੱਤੇ, ਔਰ ਇੱਥੇ ਤੋਂ ਜਿਹੜਾ ਸੁਨੇਹਾ ਜਾ ਰਿਹਾ ਹੈ ਕਿ ਜੇ ਉਹ ਸੁਨੇਹਾ ਠੀਕ ਜਾ ਰਿਹਾ ਤਾਂ ਲਾਜ਼ਮੀ ਤੌਰ ਤੇ ਉਹ ਇੱਕ ਇੰਪੋਰਟੈਂਟ ਤਾਂ ਜ਼ਰੂਰ ਹੋਏਗਾ। ਕੁਝ ਹੋਰ ਮਹਿਲਾਵਾਂ ਹੈਗੀਆਂ, ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਪਿੰਡ ਦੀ ਜ਼ਿਕਰ ਹੋ ਰਿਹਾ, ਪਿੰਡ ਦੇ ਲੋਕਾਂ ਦਾ ਜ਼ਿਕਰ ਹੋ ਰਿਹਾ, ਪਰ ਪੰਜਾਬ ਦੇ ਪੱਧਰ ਦੇ ਉੱਤੇ ਕਿਉਂਕਿ ਬਹੁਤ ਸਾਰੇ ਮਹਿਲਾਵਾਂ ਦੇ ਲਈ ਐਲਾਨ ਵੀ ਹੋਏ ਨੇ ਕਿ ਮਹਿਲਾਵਾਂ ਨੂੰ ਵੀ ਪੈਸੇ ਮਿਲਣਗੇ, 21,000 ਰੁਪਏ ਆਮ ਆਦਮੀ ਪਾਰਟੀ ਦੇਗੀ। ਕੀ ਉਮੀਦਾਂ ਤੁਹਾਨੂੰ ਇਸ ਵਾਰ ਸਰਕਾਰ ਤੋਂ? ਦੇਖੋ ਜੀ, ਇਹ ਤਾਂ ਜਦੋਂ ਵੀ ਕੋਈ ਸਰਕਾਰ ਆਂਦੀ ਹੈ ਵਾਅਦੇ ਬਹੁਤ ਜ਼ਿਆਦਾ ਕਰਦੇ ਆ, ਪਰ ਜਦੋਂ ਵਾਅਦੇ ਪੂਰੇ ਹੋਣਗੇ ਫੇਰ ਹੀ ਆਪਾਂ ਕਹਿ ਸਕਦੇ ਬਦਲਾਅ ਚਾਹੀਦਾ ਆ। ਬਹੁਤ ਵਧੀਆ ਗੱਲ ਆ ਤੇ ਸਾਨੂੰ ਬੜਾ ਮਾਣ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਪਿੰਡ ਵਿੱਚ ਜਨਮ ਵੀ ਲਿਆ ਆ। ਤੇ ਕਿਉਂਕਿ ਮੇਨ ਜਿਹੜੀ ਸਮੱਸਿਆ ਆਪਾਂ ਨੂੰ ਇੱਕ ਬੱਸ ਖੜੀ ਹੋਣ ਦੀ ਆ, ਕਿਉਂਕਿ ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਹੈ, ਜਿੱਦਾਂ ਹੁਣ 23 ਮਾਰਚ ਸ਼ਹੀਦੀ ਦਿਨ ਆ, ਤੇ ਉਦੋਂ ਜਿਹੜੇ ਆ ਇਹ ਮੰਤਰੀ ਸਾਹਿਬ ਵੀ ਕਹਿ ਜਾਂਦੇ ਬੱਸਾਂ ਰੁਕਣਗੀਆਂ। ਮੈਨੂੰ 50 ਸਾਲ ਹੋ ਗਏ ਤਕਰੀਬਨ ਸੁਣਦੇ ਨੂੰ, ਆਪਾਂ ਨੂੰ ਇਹੀ ਆ, ਪਰ ਥੋੜੇ ਦਿਨ ਰੁਕਦੀਆਂ ਫਿਰ ਉਹੀ ਹਾਲ ਹੋ ਜਾਂਦਾ ਹੈ। ਇਹ ਸਮੱਸਿਆ ਇੱਥੇ ਹੋਰ ਵੱਡੀ ਹੈਗੀ ਆ। ਹੋਰ ਕੁਝ ਕਹਿਣਾ ਚਾਹੋਗੇ? ਤੁਸੀਂ ਕੁਝ ਕਹਿਣਾ ਚਾਹੋਗੇ? ਸਾਡੇ ਨਜ਼ਦੀਕ ਨਾਲ ਮਾਤਾ ਦੇ ਮੰਦਿਰ ਹੈਗਾ ਆ। ਮੰਦਿਰ ਦੇ ਵਿੱਚ ਮਤਲਬ ਇੱਕ ਤਾਂ ਪਾਣੀ ਦੀ ਸਪਲਾਈ ਨਹੀਂ ਹੈਗੀ, ਇੱਕ ਜਗ੍ਹਾ ਥੋੜੀ, ਅਸੀਂ 6 ਮਹੀਨੇ ਬਾਅਦ ਸਾਰੀ ਬੀਬੀਆਂ ਰਲ ਕੇ ਮਹੱਲੇ ਦੀਆਂ ਅਸੀਂ ਲੰਗਰ ਲਾਉਣੀਆਂ, ਸਾਰਾ ਪਿੰਡ ਹੀ ਲਾਉਂਦਾ ਲੰਗਰ, ਜਗ੍ਹਾ ਹੈ ਨਹੀਂ ਕਿ ਜਗ੍ਹਾ ਚਾਹੀਦੀ ਹੈ। ਠੀਕ ਹੈ, ਇਹ ਬੇਸਿਕ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਸਮੱਸਿਆ ਨਪਿੰਦਰ ਇੱਥੇ ਜ਼ਰੂਰ ਹੈਗੀ ਹੈ, ਕਿਉਂਕਿ ਆਪਾਂ ਜਦੋਂ ਜ਼ਿਕਰ ਕਰ ਰਹੇ ਹਾਂ ਆਪਾਂ ਆਲ ਓਵਰ ਪੰਜਾਬ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਗੱਲ ਉਹੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਕਿਵੇਂ ਦੇਖਦੇ ਆ, ਪਿੰਡ ਵਾਲੇ ਆਪਣੇ ਪਿੰਡ ਨੂੰ ਕਿਵੇਂ ਦੇਖਦੇ ਆ। ਔਰ ਸਭ ਤੋਂ ਬੇਸਿਕ ਜਿਹੜੀ ਗੱਲ ਹੈ ਕਿ ਜਦੋਂ ਅਸੀਂ ਕਨੈਕਟੀਵਿਟੀ ਦੀ ਗੱਲ ਹੁੰਦੀ ਹੈ, ਅੱਜ ਕੱਲ ਬਹੁਤ ਹਾਈਟੈਕ ਜ਼ਮਾਨਾ ਹੋ ਗਿਆ, ਬੱਸ ਸਟੈਂਡ ਦੀ ਔਰ ਰੇਲਵੇ ਸਟੇਸ਼ਨ ਹਾਈਵੇ ਤੇ ਪਿੰਡ ਹੈ, ਇਹ ਦੋਵੇਂ ਬਹੁਤ ਵੱਡੀਆਂ ਸਮੱਸਿਆਵਾਂ ਨੇ। ਇਨਫੈਕਟ ਇਹ ਵੀ ਆਪਾਂ ਨੂੰ ਧਿਆਨ ਜ਼ਰੂਰ ਦੇਣਾ ਹੋਏਗਾ ਕਿ ਇੱਥੇ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ। ਹੁਣ ਕਈਆਂ ਕੋਲ ਗੱਡੀਆਂ ਹੋਣਗੀਆਂ, ਕਈ ਬੱਸ 'ਚ ਆਉਂਦੇ ਹੋਣਗੇ, ਕੋਈ ਰੇਲ ਦੇ ਵਿੱਚ ਆਉਂਦਾ ਹੋਏਗਾ, ਤਾਂ ਉਹ ਕਿਵੇਂ ਇੱਥੇ ਪਹੁੰਚਦੇ ਹੋਣਗੇ, ਇਹ ਵੀ ਸਰਕਾਰਾਂ ਨੂੰ ਔਰ ਖਾਸ ਤੌਰ ਤੇ ਭਗਵੰਤ ਮਾਨ ਨੂੰ ਧਿਆਨ ਦੇਣਾ ਹੋਏਗਾ ਕਿ ਕਿਵੇਂ ਉਸ ਨੂੰ ਦਰੁਸਤ ਕਰੀਏ। ਇਸ ਸ਼ਹੀਦਾਂ ਦੀ ਧਰਤੀ ਨੂੰ ਨਮਨ ਕਰਨ ਦੇ ਲਈ ਆਉਣਾ ਚਾਹਵੇ ਤਾਂ ਇਹ ਨਾ ਹੋਵੇ ਤੇ ਉਹਨੂੰ ਪਤਾ ਲੱਗੇ ਕਿ ਭਾਈ ਉੱਥੇ ਤਾਂ ਬੱਸ ਨਹੀਂ ਜਾਣੀ, ਉੱਥੇ ਤਾਂ ਟ੍ਰੇਨ ਨਹੀਂ ਰੁਕਣੀ। ਕੁਝ ਹੋਰ ਲੋਕ ਸਾਡੇ ਨਾਲ ਨੇ, ਇੱਧਰ ਗੌਰਵ ਇਹਨਾਂ ਨਾਲ ਗੱਲ ਕਰ ਰਹੇ ਨੇ। ਕੀ ਲੱਗਦਾ ਜੀ, ਮੁੱਖ ਤੌਰ ਤੇ ਤੁਸੀਂ ਪਿੱਛੇ ਗੱਲਾਂ ਕਰ ਰਹੇ ਸੀ ਆਪਸ ਦੇ ਵਿੱਚ, ਕਿਹੜੀਆਂ ਤੁਹਾਨੂੰ ਕਮੀਆਂ ਲੱਗ ਰਹੀਆਂ ਨੇ ਕਿ ਆਹ ਕਮੀਆਂ ਹਲੇ ਵੀ, ਕਿਉਂਕਿ ਇੱਥੇ ਤਾਂ ਮੈਨੂੰ ਲੱਗਦਾ ਹਰ ਸਾਲ ਪ੍ਰੋਗਰਾਮ ਹੁੰਦਾ ਹੈ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ, ਨਮਨ ਕਰਨ ਦੇ ਲਈ, ਲੀਡਰ ਆਉਂਦੇ ਨੇ, ਸਰਕਾਰਾਂ ਆਉਂਦੀਆਂ ਨੇ, ਤਾਂ ਬਾਵਜੂਦ ਇਸ ਦੇ ਕੀ ਕਮੀ ਹੈ ਜਿਹੜੀ ਹਲੇ ਵੀ ਰਹਿੰਦੀ ਹੈ? ਕਮੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਦੇਸ਼ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਇਸ ਭਗਤ ਸਿੰਘ ਦੀ ਧਰਤੀ ਜਿਹੜੀ ਇਹ ਬਹੁਤ ਭਾਗਾਂ ਵਾਲੀ ਧਰਤੀ ਆ, ਕਿ ਉਹ 23 ਸਾਲ ਦੀ ਉਮਰ ਦੇ ਵਿੱਚ ਇਹੋ ਜਿਹੀ ਸੋਚ ਕਿਸੇ ਬੰਦੇ ਦੀ ਨਹੀਂ ਹੋ ਸਕਦੀ ਜੋ 23 ਸਾਲ ਦੀ ਉਮਰ ਦੇ ਵਿੱਚ ਸੰਘਰਸ਼ ਇਨਕਲਾਬ ਲਿਆਂਦਾ ਭਗਤ ਸਿੰਘ ਨੇ। ਇਸ ਕਰਕੇ ਇਸ ਧਰਤੀ ਨੂੰ ਅਸੀਂ ਨਮਸਕਾਰ ਕਰ ਰਹੇ, ਜੋ ਵੀ ਜਾਂਦਾ ਇਸ ਰਸਤੇ ਦੇ ਉੱਤੇ ਨਮਸਕਾਰ ਕਰਕੇ ਜਾਂਦਾ ਇਸ ਧਰਤੀ ਉੱਤੇ। ਪਰ ਇਹ ਪਿਛਲੇ ਰਵਾਇਤੀ ਪਾਰਟੀਆਂ 70 ਸਾਲ ਤੋਂ ਛੋਟੇ ਵੀਰ ਜੀ ਸੜਕਾਂ ਗਲੀਆਂ ਨਾਲੀਆਂ ਉੱਪਰ ਸੀਮਤ ਰਹੀਆਂ ਔਰ ਕੋਈ ਨਵੀਂ ਡਿਵੈਲਪਮੈਂਟ ਨਹੀਂ ਹੋਈ। ਜਿਵੇਂ ਅਸੀਂ ਹੋਰ ਪਿੰਡਾਂ ਜਾਂਦੇ ਆ, ਗਲੀਆਂ ਨਾਲੀਆਂ ਲਾਈਟਾਂ ਉੱਥੇ ਹੀ ਕੰਮ ਖੜਾ ਜੀ। ਪਰ ਇੱਕ ਜ਼ਰੂਰ ਮੈਂ ਇਹ ਕਹਿੰਦਾ ਵੀ 6ਵਾਂ ਦਰਿਆ ਨਸ਼ੇ ਦਾ ਜ਼ਰੂਰ ਸਰਕਾਰਾਂ ਨੇ ਲਿਆਂਦਾ, ਪਿਛਲੇ ਸਰਕਾਰਾਂ ਨੇ ਨਸ਼ੇ ਦਾ ਦਰਿਆ ਲਿਆਂਦਾ। ਸਾਡੇ ਘਰ ਘਰ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ, ਇੱਥੇ ਖਟਕੜ ਕਲਾਂ ਦਾ ਕੀ ਹਾਲ ਹੈ? ਇੱਥੇ ਵੀ ਬਹੁਤ ਹਾਲ ਆ ਮਾੜਾ। ਇਹ ਦੇਖ ਲਓ ਵੀ ਇੱਥੇ ਨਸ਼ਾ ਦਾ ਘਰ ਲਿਆਂਦਾ, ਕਈਆਂ ਮਾਵਾਂ ਦੇ ਜਿਹਦੇ ਪੁੱਤ ਮਰ ਗਿਆ, ਕਈਆਂ ਭੈਣਾਂ ਦੇ ਭਰਾ ਮਰ ਗਏ, ਦੁਨੀਆ ਛੱਡ ਕੇ ਚਲ ਗਏ, ਉਹਨਾਂ ਲਈ ਕੀ ਬੀਤਦੀ ਆ। ਇਹ ਭਗਵੰਤ ਮਾਨ ਨੂੰ ਹੁਣ ਸਹੁੰ ਚੱਕਣ ਇੱਥੇ ਆਇਆ, ਖਟਕੜ ਕਲਾਂ ਪਹਿਲੀ ਵਾਰੀ ਆਇਆ, ਕੋਈ ਅੱਗੇ ਤਾਂ ਭਾਣ ਸਾਹਿਬ ਉੱਥੇ ਚੰਡੀਗੜ੍ਹ ਚੱਕਦੇ ਆ। ਅਸੀਂ ਉਹਨੂੰ ਇਹ ਸੁਨੇਹਾ ਦਿੰਦੇ ਆ ਵੀ ਇਹ ਸਹੁੰ ਨੂੰ ਪੂਰਾ ਕਰੇ, ਕਿਤੇ ਗੱਲਾਂ ਵਿੱਚ ਨਾ ਰਵੇ, ਇਹ ਨਸ਼ਿਆਂ ਨੂੰ ਬੰਦ ਕਰੇ ਔਰ ਸਿਹਤ ਸਹੂਲਤਾਂ ਬਣਾਵੇ, ਸਿੱਖਿਆ ਨੂੰ ਮੋਹਰੇ ਰੱਖੇ। ਇਹ ਸਾਡੀ ਬੇਨਤੀ ਜ਼ਰੂਰੀ ਆ। ਜੇ ਇਹ ਕੰਮ ਕਰੇਗਾ ਤੇ ਆਉਂਦੇ 5 ਸਾਲ ਵੀ ਇਹਨੂੰ ਮਿਲਣਗੇ, 92 ਸੀਟਾਂ ਬਹੁਤ ਇਹਨਾਂ ਨੂੰ ਮਿਲ ਜਾਣਗੇ। ਤਾਂ ਭਗਵੰਤ ਮਾਨ ਨੂੰ ਸੁਨੇਹਾ, ਨਵੇਂ ਬਣਨ ਵਾਲੇ ਮੁੱਖ ਮੰਤਰੀ ਨੂੰ ਸੁਨੇਹਾ, ਗੌਰਵ ਮੁੱਖ ਮੰਤਰੀ ਨੂੰ ਸੁਨੇਹਾ ਕਿ ਜੋ ਵਾਅਦਾ ਕਰ ਰਹੇ ਹੋ ਉਹ ਪੂਰਾ ਕਰੋ, ਔਰ ਜਿਹੜੀ ਸਹੁੰ ਚੁੱਕਣੀ ਆ ਇਸ ਸ਼ਹੀਦਾਂ ਦੀ ਧਰਤੀ ਤੇ ਆ ਕੇ ਉਹ ਸਹੁੰ ਨਾ ਰਹਿ ਜੇ, ਸਹੁੰ ਪੂਰੀ ਹੋਣੀ ਚਾਹੀਦੀ ਆ ਸਿੱਧੇ ਤੌਰ ਤੇ ਕਿ ਨਸ਼ੇ ਖਤਮ ਕਰੋ ਔਰ ਪੰਜਾਬ ਦੇ ਜਿਹੜੇ ਵੱਧ ਤੋਂ ਬੱਤਰ ਹਾਲਾਤ ਹੁੰਦੇ ਜਾ ਰਹੇ ਨੇ, ਗੌਰਵ ਉਹੀ ਆਸ ਔਰ ਉਹੀ ਸੁਨੇਹਾ ਭਗਵੰਤ ਮਾਨ ਨੂੰ ਪਿੰਡ ਦੇ ਲੋਕ ਦੇ ਰਹੇ ਨੇ ਕਿ ਹੁਣ
ਸਹੁੰ ਦਾ ਮੁੱਲ ਪਵੇ। ਬਿਲਕੁਲ ਸਹੁੰ ਦਾ ਮੁੱਲ ਪਵੇ। ਆਪਣੇ ਕੋਲ ਸਮਾਂ ਖਤਮ ਹੋ ਚੱਲਿਆ, ਪਰ ਇੱਕ ਨੌਜਵਾਨ ਜ਼ਰੂਰ ਕੁਝ ਕਹਿਣਾ ਚਾਹ ਰਿਹਾ। ਮੈਂ ਉਹਨਾਂ ਤੋਂ ਜ਼ਰੂਰ ਉਹਨਾਂ ਦੀ ਸਟੇਟਮੈਂਟ ਲਵਾਂਗਾ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਭਗਵੰਤ ਮਾਨ ਇੱਥੇ ਹਲਫ ਲੈ ਰਹੇ। ਹਾਂਜੀ ਸਰ, ਇੱਕ ਤਾਂ ਸਾਡੇ ਪਿੰਡ ਗਰਾਊਂਡ ਹੈ ਨਹੀਂਗੀ। ਮੇਨ ਜਿਹੜੀ ਸਭ ਤੋਂ ਵੱਡੀ ਸਮੱਸਿਆ ਪਿੰਡ ਦੀ ਇਹ ਆ ਕੋਈ ਗਰਾਊਂਡ ਹੈ ਨਹੀਂਗੀ। ਠੀਕ ਹੈ ਜੀ। ਤੇ ਮੈਂ ਵੈਲਫੇਅਰ ਸੁਸਾਇਟੀ ਦਾ ਮੈਂਬਰ ਹਾਂ ਜੀ। ਅਸੀਂ ਵੈਲਫੇਅਰ ਸੁਸਾਇਟੀ ਚਲਾ ਰਹੇ ਹਾਂ ਤੇ ਸਰ ਇੱਕ ਗਰਾਊਂਡ ਹੈ ਨਹੀਂਗੀ। ਇੱਕ ਸਾਨੂੰ ਮਤਲਬ ਕਿ ਸਾਡੇ ਪਿੰਡ ਨੂੰ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਕੋਈ ਵੱਡਾ ਮਤਲਬ ਜਿੱਦਾਂ PGI ਲੈਵਲ ਦਾ ਜਾਂ ਕੋਈ ਵੱਡਾ ਹਸਪੀਟਲ ਬਣ ਜਾਵੇ ਤਾਂ ਕਿ ਉੱਥੇ ਜਿਹੜਾ ਗਰੀਬ ਦਾ ਇਲਾਜ ਆ ਉਹ ਫ੍ਰੀ ਹੋ ਸਕੇ। ਠੀਕ ਹੈ। ਇੰਪੋਰਟੈਂਟ ਇਸ਼ੂ ਹੈ ਨਪਿੰਦਰ, ਲਾਜ਼ਮੀ ਤੌਰ ਤੇ ਜਿਸ ਤਰ੍ਹਾਂ ਅਸੀਂ ਜ਼ਿਕਰ ਕਰ ਰਹੇ ਹਾਂ, ਕਿਉਂਕਿ ਜੇਕਰ ਸਹੂਲਤਾਂ ਹੋਣਗੀਆਂ, ਔਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜੇਕਰ ਇੱਥੇ ਜਿਹੜੀਆਂ ਚੀਜ਼ਾਂ ਹੋਣਗੀਆਂ ਉਹ ਬਾਕੀਆਂ ਦੇ ਲਈ ਜ਼ਰੂਰ ਇੱਕ ਸੁਨੇਹਾ ਜਾਂਦਾ ਹੈ ਕਿ ਇਸ ਪਿੰਡ ਦਾ ਕਿਵੇਂ ਖਿਆਲ ਰੱਖਿਆ, ਖਾਸ ਤੌਰ ਤੇ ਉਸ ਮੁੱਖ ਮੰਤਰੀ ਨੇ ਜਿਸ ਨੇ ਇੱਥੇ ਆ ਕੇ ਹਲਫ ਲਿਆ, ਜੋ ਕਹਿੰਦਾ ਕਿ ਮੈਂ ਇੱਥੇ ਜੁੜਿਆ ਰਿਹਾ, ਜੋ ਕਹਿ ਰਹੇ ਨੇ ਕਿ ਮੈਂ ਇੱਥੇ ਸਿਆਸਤ 'ਚ ਐਂਟਰੀ ਕਰਨ ਤੋਂ ਪਹਿਲਾਂ ਵੀ ਜੁੜਿਆ ਰਿਹਾ। ਹਾਲਾਂਕਿ ਉਹ ਵੀ ਪਹਿਲਾਂ ਆ ਕੇ ਸਹੁੰ ਚੁੱਕਦੇ ਰਹੇ ਨੇ, ਨਮਨ ਕਰਦੇ ਨੇ ਹਰ ਸਾਲ ਆ ਕੇ, ਔਰ ਸਾਰੀਆਂ ਸਰਕਾਰਾਂ ਇੱਥੇ ਆ ਕੇ ਨਮਨ ਕਰਦੀਆਂ ਨੇ, ਸ਼ਹੀਦਾਂ ਨੂੰ ਪ੍ਰਣਾਮ ਕਰਦੀਆਂ ਨੇ। ਪਰ ਇਹ ਪਿੰਡ ਵਾਲੇ ਉਹੀ ਦਵਾਈ ਦੇ ਰਹੇ ਨੇ ਕਿ ਸਹੁੰ ਤੇ ਨਮਨ ਤੱਕ ਗੱਲ ਨਿਬੜਨੀ ਨਹੀਂ ਚਾਹੀਦੀ। ਜਿਹੜੀ ਸਹੁੰ ਚੱਕਣੀ ਹੈ ਉਹਨੂੰ ਪੂਰਾ ਕਰਨਾ ਤੁਹਾਡਾ ਫਰਜ਼ ਬਣ ਜਾਏਗਾ। ਯਾਨੀ ਇੱਕ ਵੱਡੀ ਜ਼ਿੰਮੇਵਾਰੀ ਇੱਥੇ ਸਹੁੰ ਚੱਕਣ ਤੋਂ ਬਾਅਦ ਭਗਵੰਤ ਮਾਨ ਦੇ ਮੋਢਿਆਂ ਤੇ ਪੈਣ ਵਾਲੀ ਹੈ। ਬਿਲਕੁਲ ਮੋਢੇ ਤੇ ਪੈਣ ਵਾਲੀ ਹੈ ਵੱਡੀ ਜ਼ਿੰਮੇਵਾਰੀ। ਪਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਤੋਂ ਹਲਫ ਲੈ ਕੇ ਕਿ ਵਾਕਈ ਪੰਜਾਬ ਦੇ ਲੋਕਾਂ ਨੂੰ ਕੀਤੇ ਗਏ ਵਾਅਦੇ ਪੂਰੇ ਹੋਣਗੇ, ਚੈਲੰਜ ਬਹੁਤ ਵੱਡਾ ਹੈ ਔਰ ਦੇਖਣਾ ਹੋਏਗਾ ਕਿ ਕਦੋਂ ਤੇ ਕਿਵੇਂ ਭਗਵੰਤ ਮਾਨ ਇਸ ਚੁਣੌਤੀ ਨੂੰ ਪਾਰ ਪਾਉਂਦੇ ਨੇ। ਫਿਲਹਾਲ ਸਾਨੂੰ ਇਜਾਜ਼ਤ ਦਿਓ। ਸਾਡੇ ਸਹਿਯੋਗੀ ਸੰਦੀਪ ਤੇ ਜਤਿੰਦਰ ਸਿੱਧੂ ਦੇ ਨਾਲ, ਮੈਨੂੰ ਤੇ ਮੇਰੇ ਸਹਿਯੋਗੀ ਨਪਿੰਦਰ ਬਰਾੜ ਨੂੰ ਇਜਾਜ਼ਤ ਦਿਓ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।